बख्शत जाए। लैला हर 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 जन नानक भगत दर तुल ब्रह्म समसर। एक जी क्या बखान हाय के बल 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 सद बलहार सद बलहार सद बलहार आनंद गुण निहार। गुरु गरीब निवाज गुरु गरीब नवाज गरीब नवाज गरीब नवाज। अमृत नाम निधान है अमृत नाम निधान है अमृत नाम निधान है अमृत नाम निधान है। मिल पीवा पाए मिल पीवा पाए अमृत नाम निधान है अमृत नाम निधान है। जिस सिमरत सुख पाइए सब दिखा बुझाइए। जिस सिमरत सुख पाइए सब दिखा बुझाइए। कर सेवा पार ब्रह्म भूख रहे ना काये अमृत नाम निधान है अमृत नाम निधान है। सगल मनोरथ हमारा पद पाए तुम जीवन तू है पार ब्रह्म।
सतगुर दया करे, 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 सतगुर दया करे। हम नावे आपन
हर
वाले मन वाली मन वाले हर हर जपन जप लोचन वाली हर कृपा बन वाली जन नानक संगत साथ हर मेरा हम साथ जना अगराली जन नानक संगत साथ हर मेरा हम साथ जना अगराली हम साथ जना अगराली सतगुर दया करे सतगुर दया करे सतगुर दया करे सतगुर दया करे हम लावे आपन पाले हम लावे आपन पाले सतगुर दया करे सतगुर दया करे सतगुर दया करे सतगुर दया करे हम अंधे अंध दिखे बिखराते क्यों चाले गुर चाली हम अंधे अंध दिखे बिखराते क्यों चाले गुर चाली सतगुर दया करे सुख नाता हम लावे अपन पाली हम लावे अपन पाली सतगुर दया करे सतगुर दया करे सतगुर दया करे
सतगुर का मन मन्ने, या सतगुर का मन मन्या, का पाप संबल बन्ने। उपदेश जो दिता सतगुरु, सो सुनिया सिखी कन्ने। उपदेश जो दिता सतगुरु, सो सुनिया सिखी कन्ने। सिख ਅਤੇ ਗੁਰੂ ਦਾ ਤਾਲਮੇਲ ਸ਼ਬਦ ਉਪਦੇਸ਼ ਨਾਲ ਜੀਵਨ ਭਰ ਬਾਬਾ ਲਹਿਣਾ ਨਾਲ ਬੈਠਾ ਰਹਿੰਦਾ। ਗੁਰੂ ਨਾਨਕ ਸਾਹਿਬ ਕੁਛ ਬੋਲਦੇ ਨਾ ਤਾਂ ਸਰੀਰਾਂ ਦੇ ਮਿਲਾਪ ਦੇ ਵਿੱਚੋਂ ਪ੍ਰਭੂ ਭਗਤੀ, ਪ੍ਰਭੂ ਪ੍ਰਾਪਤੀ ਹੋਣੀ ਮੁਸ਼ਕਿਲ ਸੀ। ਸ਼ਬਦ ਉਪਦੇਸ਼ ਸਾਡੇ ਜੀਵਨ ਦੇ ਅੰਦਰ ਇੱਕ ਉਲਝੀ ਨਿਆਈ ਆਮਣ ਜਾਣ ਬਣਦਾ। ਜੈਸਾ ਭੱਟਾ ਨੇ ਸੁੰਦਰ ਫਰਮਾਨ ਕੀਤਾ, ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਬਾਬਤ ਰੜ ਸੋਠੇ ਬੜੀ ਸੁੰਦਰ ਬਾਣੀ ਦਾ ਆਪ ਜੀ ਨੇ ਜ਼ਿਕਰ ਕੀਤਾ। ਗੁਰ ਅਰਜਨ ਪੁਰਖ ਪਰਮਾਨ ਪਾਰਥੋ ਚੱਲੈ ਨਾਹੀ, ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ, ਭਉਜਲ ਸਾਇਰ ਸੇਤ ਨਾਮ ਹਰੀ ਕਾ ਬੋਹਤਾ, ਤੋ ਸਤਿਗੁਰ ਸੰਘੇਤ ਨਾਮ ਲਗ ਜਗ ਉਦਰੇ। ਭਉਜਲ ਸਾਇਰ ਸੇਤ, ਭਉਜਲ ਦੇ ਵਿੱਚ, ਭਉਜਲ ਮਤਲਬ ਲੋਕ ਅਤੇ ਪਰਲੋਕ ਦਾ ਇੱਕ ਪੁਲ ਹੈ, ਜਿਹੜਾ ਪੁਲ ਹੈ ਨਾਮ ਦਾ। ਭਉਜਲ ਸਾਇਰ ਸੇਤ ਨਾਮ ਹਰੀ ਕਾ ਬੋਹਤਾ। ਤਾਂ ਸਰੀਰਾਂ ਦੇ ਮਿਲਣ ਦਾ ਇੱਥੇ ਸੰਸਾਰ ਦੇ ਅੰਦਰ ਇੰਨਾ ਵੱਡਾ ਪੁੰਨ ਨਹੀਂ ਲਿਖਿਆ ਜਿੰਨਾ ਸਤਿਗੁਰ ਨੇ ਉਪਦੇਸ਼ ਦਾ ਲਿਖਿਆ। ਬਾਬਾ ਲਹਿਣਾ ਉਪਦੇਸ਼ ਸੁਣ ਕੇ ਗੁਰੂ ਦਾ ਔਰ ਮੰਨਿਆ। ਮੰਨਣ ਤੋਂ ਬਾਅਦ ਚੱਲੇ ਜਦੋਂ ਤਾਂ ਨਿਰੰਕਾਰ ਦੀ ਪ੍ਰਾਪਤੀ ਹੋ ਗਈ, दैवी गुण प्राप्त हो गए, ਹਿਰਦੇ 'ਚ ਵਸਿਆ ਪ੍ਰਮਾਤਮਾ ਝਲਕਾ ਮਾਰਨ ਲੱਗ ਗਿਆ। ਤਾਂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਦੇ ਨਿਸ਼ਚਿਤ ਕਰ ਦਿੱਤਾ। ਉਪਦੇਸ਼ ਜੋ ਸੁਣਿਆ ਸਤਿਗੁਰੂ, ਉਪਦੇਸ਼ ਜੋ ਸੁਣਿਆ ਗੁਰਸਿੱਖਾਂ ਸੋ ਮਿਲਿਆ। ਸਤਿਗੁਰੂ ਨੇ ਜਿਹੜਾ ਉਪਦੇਸ਼ ਦਿੱਤਾ ਸੋ ਸੁਣਿਆ ਸਿੱਖੀ ਕਰਨੇ। ਉਪਦੇਸ਼ ਹੈ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇਹ ਉਪਦੇਸ਼ ਚੱਲਦਾ ਆਇਆ ਔਰ ਪੰਜਾਂ ਪਿਆਰਿਆਂ ਨੂੰ ਸਤਿਗੁਰ ਨੇ ਇਹ ਉਪਦੇਸ਼ ਦਿੱਤਾ। ਪਹਿਲਾ ਨਾਮ ਦ੍ਰਿੜ ਕਰਾਇਆ। ਲਗਾਤਾਰ 9 ਸਾਲ ਦੀ ਆਯੂ ਤੋਂ ਲੈ ਕੇ 33 ਸਾਲ ਦੀ ਉਮਰ ਵਿੱਚ ਜਾ ਕੇ ਆਪ ਜੀ ਨੇ ਅੰਮ੍ਰਿਤ ਸੰਚਾਰ ਕੀਤਾ। ਇੰਨਾ ਵਕਫਾ, ਇੰਨਾ ਪੂਰੇ ਦਾ ਪੂਰਾ ਸਮਾਂ ਗਰੀਬ ਨਵਾਜ ਪਾਤਸ਼ਾਹ ਨੇ ਗੁਰੂ ਅਕਾਲ ਪੁਰਖ ਮਹਾਰਾਜ ਜੀ ਦੀ ਤਾਲੀਮ ਹੀ ਦਿੱਤੀ। ਧੰਨ ਗੁਰੂ ਰਾਮਦਾਸ ਮਹਾਰਾਜ ਬੜਾ ਸੁੰਦਰ ਫਰਮਾਨ ਕਰਦੇ ਆ, ਕਹਿ ਰਹੇ ਨੇ ਸਤਿਗੁਰ ਦਾ ਮਨ ਤਦ ਮੰਨਦਾ ਜੇ ਕਿਤੇ ਉਪਦੇਸ਼ ਗੁਰੂ ਕਾ ਸ਼ਬਦ ਸੁਣ ਕੇ ਤੇ ਆਪਾਂ ਸ਼ਬਦ ਨੂੰ ਕਮਾ ਲਈਏ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋੜਿਓ ਪਾਸ। ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ, ਸੇਵਾ ਕਰਦੇ ਰਹੇ, ਪਾਸਾ ਨਾ ਛੱਡਿਆ, ਲੜ ਨਾ ਛੱਡਿਆ। ਤਾਤੇ ਗਹਰ ਗਿਆਨ ਪ੍ਰਗਟ ਪੁਜਿਆਰਿਓ, ਦੁੱਖ ਦਰਿਦਰ ਅੰਧਿਆਰ ਕੋ ਨਾਸ। ਦੁੱਖ ਦਰਿਦਰ ਅਤੇ ਅੰਧੇਰਾ ਜਿਹੜਾ ਹੈ ਉਹ ਪੱਖ ਦੂਰ ਹੋ ਗਿਆ। ਤਾਤੇ ਗਹਰ ਗਿਆਨ ਪ੍ਰਗਟ ਪੁਜਿਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ। ਕਬ ਕੀਰਤ ਕੰਨ ਭੱਟ ਜੀ ਫਰਮਾਨ ਕਰਦੇ ਆ, ਕਹਿ ਰਹੇ ਨੇ ਕਬ ਕੀਰਤ ਜੋ ਸੰਤ ਚਰਨ ਮੁੜ ਲਾਗੇ। ਸੰਤਾਂ ਦੇ ਚਰਨਾਂ ਤੇ, ਗੁਰੂਆਂ ਦੇ ਚਰਨਾਂ ਤੇ ਜਦੋਂ ਸੀਸ ਝੁਕ ਜਾਂਦਾ, ਨਾਮ ਜਪੀਆਂ ਦੇ ਚਰਨਾਂ ਤੇ, ਤਾਂ ਫਿਰ ਸੰਸਾਰ ਦੇ ਜਮ ਜਿਹੜੇ ਨੇ ਕਾਮ ਕ੍ਰੋਧ ਤ੍ਰਿਸ਼ਨਾ ਔਰ ਜਨਮ ਮਰਨ ਦਾ ਦੁੱਖ ਇਹ ਨਹੀਂ ਸਤਾਉਂਦਾ। ਤਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ। ਤੇ ਫਿਰ ਨਾਲ ਨਾਲ ਗੁਰੂ ਦਾ ਉਪਦੇਸ਼
ਵਿਦੇਸ਼ ਰਹਿੰਦਾ ਤੇ ਗੁਰੂ ਸਰੀਰ ਰੂਪ ਦੇ ਅੰਦਰ ਵੀ ਨਜ਼ਦੀਕ ਫਿਰ ਨਜ਼ਰ ਆਉਂਦਾ। ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੂ ਰਾਮਦਾਸ। ਪਾਤਸ਼ਾਹ ਮੇਰਾ ਕਰਮ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਨ ਕਰਦੇ ਆ, ਕਹਿ ਰਹੇ ਹਨ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਪੱਲੇ ਨਾ। ਇੱਕ ਸਰੀਰ ਸੰਸਾਰ ਦੀ ਰਸਮ ਹੈ, ਜਦੋਂ ਵਿਆਹ ਹੁੰਦਾ ਪੱਲਾ ਪਕੜਾਇਆ ਜਾਂਦਾ। ਇੱਕ ਅਧਿਆਤਮਿਕ ਪੱਖ ਹੈ, ਜਦੋਂ ਪਰਮਾਤਮਾ ਦੇ ਲੜ ਲੱਗੀਦਾ, ਗੁਰੂ ਦੇ ਲੜ ਲੱਗੀਦਾ, ਗੁਰੂ ਪਰਮਾਤਮਾ ਦਾ ਪੱਲਾ ਪਕੜਾਉਂਦਾ, ਵਿੱਚ ਵਿਚੋਲਾ ਬਣ ਕੇ ਸੱਚੀ ਦਰਗਾਹ ਤੱਕ ਲੈ ਕੇ ਜਾਂਦਾ ਇਸ ਜੀਵ ਆਤਮਾ ਨੂੰ। ਜਦੋਂ ਹਰੀ ਦੇ ਨਾਲ ਇਹ ਜੀਵ ਆਤਮਾ ਰੱਤੀ ਜਾਂਦੀ ਤਾਂ ਫਿਰ ਇਸ ਦੀ ਪ੍ਰਾਪਤੀ ਹੋ ਜਾਂਦੀ। ਗੁਰਦੇਵ ਮਹਾਰਾਜ ਫਰਮਾਨ ਕਰਦੇ ਕਹਿ ਰਹੇ ਨੇ ਸਤਿਗੁਰ ਦਇਆ ਕਰੇ, ਸਤਿਗੁਰ ਦਇਆ ਕਰੇ, ਸਤਿਗੁਰ ਦਇਆ ਕਰੇ, ਸਤਿਗੁਰ ਦਇਆ ਕਰੇ। ਆਪਣਾ ਮੈਂ ਆਪਨ ਪਾਵੇ ਸਤਿਗੁਰ ਦਇਆ ਕਰੇ, ਸਤਿਗੁਰ ਦਇਆ ਕਰੇ। ਪਾਤਸ਼ਾਹ ਮੇਰਾ ਕਰਮ ਸਾਨੂੰ ਆਪਣਾ ਸ਼ਬਦ ਦਾ ਪੱਲਾ ਪਕੜਾ ਦੇਣ ਤਾਂ ਕਿ ਸੰਸਾਰ ਵਿੱਚੋਂ ਗੁਰੂ ਸ਼ਬਦ ਨਾਲ ਲੱਗ ਕੇ ਜੀਵਨ ਮੁਕਤ ਹੋ ਜਾਈਏ। ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਆਪ ਸੱਜ ਬੈਠੇ ਹੋ। ਆਪ ਜੀ ਦੇ ਸਾਹਮਣੇ ਸਿੱਖ ਪੰਥ ਦੀ ਉਹ ਮਹਾਨ ਸ਼ਖਸੀਅਤ ਜਿਹਨਾਂ ਤੇ ਸਤਿਗੁਰੂ ਗੁਰੂ ਅਕਾਲ ਪੁਰਖ ਪਰਮਾਤਮਾ ਪ੍ਰਸੰਨਤਾ ਹੈ ਔਰ ਸਤਿਗੁਰੂ ਨੇ ਸ਼ਬਦ ਦੀ ਸੋਝੀ ਬਖਸ਼ੀ ਹੈ, ਗਿਆਨ ਉਪਦੇਸ਼ ਬਖਸ਼ਿਆ ਹੈ। ਸਤਿਕਾਰਯੋਗ ਯਾਨੀ ਇੰਦਰਪਾਲ ਸਿੰਘ ਜੀ, ਆਓ ਚੱਲ ਰਹੇ ਉਸ ਸ਼ਬਦ ਦੀ ਆਪ ਜੀ ਤਾਈਂ ਸਤਿਗੁਰੂ ਜੀ ਦਾ ਜੋ ਉਪਦੇਸ਼ ਹੈ ਕਥਾ ਦੁਆਰਾ ਗੁਰੂ ਕਰਾਉਣਗੇ ਜੀ। ਰਲ ਮਿਲ ਕੇ ਇਸੇ ਤਰ੍ਹਾਂ ਹੀ ਬੈਠ ਕੇ ਸ਼ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧੂ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਐਨ ਭਾਗੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਗੁਰੂ ਬਖਸ਼ ਦੁਆਰਾ ਹਾਜ਼ਰੀਆਂ ਭਰ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਸਭ ਨੇ ਕਿਰਪਾ ਕਰਨੀ ਜੀ। ਫਤਿਹ ਸਾਂਝੀ ਕਰਨ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪੰਥ ਮਹਾਨ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੇ ਹਜ਼ੂਰੀ ਰਾਗੀ ਗੁਰੂ ਘਰ ਸਾਹਿਬ ਜੀ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣ ਕੇ ਬੜੇ ਰਸਪੇ ਦੇ ਕੀਰਤਨ ਸਰਵਣ ਕਰਵਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਕੁਝ ਇੱਕ ਸੂਚਨਾਵਾਂ ਇਸ ਤੋਂ ਪਹਿਲਾਂ ਕਿ ਆਪ ਜੀ ਨੂੰ ਪੰਥ ਦੇ ਮਹਾਨ ਵਿਦਵਾਨ ਤੇ ਕਥਾਕਾਰ ਸਿੰਘ ਸਾਹਿਬ ਯਾਨੀ ਇੰਦਰਪਾਲ ਸਿੰਘ ਜੀ ਕਥਾ ਸਰਵਣ ਕਰਾਉਣ ਜੋ ਚੱਲ ਰਹੀ ਹੈ ਦੇ ਰਹਿਣ ਦੀ, ਸੋ ਮੈਂ ਗੁਸਤਾਖੀ ਕਰਾਂਗਾ। 2 ਮਿੰਟ ਦਾ ਸਮਾਂ ਲੈਣ ਲਈ, 2 ਤੋਂ ਘੱਟ ਦਾ ਸੂਚਨਾਵਾਂ ਲਈ। ਪਹਿਲੀ ਸੂਚਨਾ ਹੈ ਜੀ ਅੰਮ੍ਰਿਤ ਸੰਚਾਰ ਦੀ। 14 ਤਰੀਕ ਨੂੰ ਵੈਸਾਖੀ ਵਾਲੇ ਦਿਨ 11 ਵਜੇ ਠੀਕ ਸਰਜ ਦੇ ਗੁਰੂ ਘਰ ਵਿਖੇ ਪਾਵਾ ਇਸ ਸਾਡੇ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ, ਜੋ ਦਰਸ਼ਨ ਡਿਊਟੀ ਦੀ ਦੂਜੀ ਮੰਜ਼ਿਲ 'ਤੇ ਹੋਵੇਗਾ। ਅਬਲਾਖੀ ਨੇ ਆਪਣੇ ਨਾਂ ਦਿੱਤੇ ਨੇ, ਪਰ ਹੋਰ ਚਾਹੀਦੇ ਨੇ, ਕਿਉਂਕਿ ਕਿਤੇ ਕਿਤੇ ਅਜਿਹਾ ਸੁਨਹਿਰੀ ਮੌਕਾ ਮਿਲਦਾ ਹੈ ਅਤੇ ਆਪ ਜੀ ਨੇ ਕੋਸ਼ਿਸ਼ ਕਰਨੀ ਬਾਕੀਆਂ ਨੇ ਵੀ ਨਾਂ ਦੇਣ ਦੀ। ਅਤੇ ਕਕਾਰ ਸਾਡੇ ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਸਾਹਿਬ ਪਰਮਿੰਦਰ ਸਿੰਘ ਬਾਜਵਾ ਜੀ ਪਾਸੋਂ ਲੈਣ। ਕਕਾਰਾਂ ਦੀ ਕੋਈ ਕੀਮਤ ਨਹੀਂ, ਸਿੱਖੀ ਤੇ ਬਹੁਮੁੱਲੀ ਹੈ ਗੁਰੂ ਪਿਆਰਿਓ। ਕੋਸ਼ਿਸ਼ ਕਰੀਏ ਉਸ ਬਹੁਮੁੱਲੀ ਨੂੰ ਲੈ ਕੇ ਆਪਣਾ ਜੀਵਨ ਸਫਲਾ ਕਰੀਏ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ। ਅਤੇ ਉਸ ਦਿਨ ਵੈਸਾਖੀ ਦੇ ਪਵਿੱਤਰ ਦਿਹਾੜੇ 'ਤੇ ਜੋ ਖਾਲਸਾ ਸਾਜਨਾ ਦੇ ਵਿੱਚ ਵੀ ਹੈ, ਸਾਡਾ ਖਾਲਸੇ ਦਾ ਜਨਮ ਦਿਨ ਹੈ, ਉਸ ਦਿਨ ਸਾਰਾ ਦਿਨ ਕੀਰਤਨ ਮੇਨ ਹਾਲ ਵਿੱਚ ਹੋਣਗੇ। ਬਾਕੀ ਪ੍ਰੋਗਰਾਮ ਗੁਰੂ ਨੇ ਆਪ ਹੀ ਠੀਕ ਕਰਵਾ ਲਏ। ਜੋ ਬਾਕੀ ਸਾਡੇ ਪ੍ਰੋਗਰਾਮ ਇੱਥੇ ਹੋਣੇ ਸਨ ਉਹ ਹੁਣ ਇੱਥੇ ਨਹੀਂ ਹੋ ਰਹੇ, ਉਹਨਾਂ ਅਰਥਾਤ ਵਿੱਚ ਮੂਵ ਕਰਤੇ ਗਏ ਹਨ ਗੁਰੂ ਦੀ ਬਖਸ਼ ਦੁਆਰਾ। ਆਪ ਜੀ ਨੇ ਚੇਤਾ ਰੱਖਣਾ। 15 ਤਰੀਕ ਨੂੰ ਵੀ ਸਾਰਾ ਦਿਨ ਇਸੇ ਸੰਬੰਧ ਵਿੱਚ ਹੀ ਕੀਰਤਨ ਦਰਬਾਰ ਸਜਣਗੇ। ਆਪ ਜੀ ਨੇ ਦੋਨੋਂ ਦਿਨ ਹੀ ਜਿੱਥੇ ਇਲਾਹੀ ਬਣ ਦੀ ਕੀਰਤਨ ਕਥਾ ਸਰਵਣ ਕਰਕੇ ਜੀਵਨ ਸਫਲਾ ਕਰਨਾ ਹੈ, ਉੱਥੇ ਨਾਲ
ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਤਨ ਮਨ ਧਨ ਨਾਲ ਹਰ ਤਰ੍ਹਾਂ ਹਰ ਅਜਿਹੇ ਪਵਿੱਤਰ ਦਿਹਾੜੇ 'ਤੇ ਸੰਗਤਾਂ ਸਾਡੇ ਗੁਰੂ ਘਰ ਦੀਆਂ ਦੇ ਉੱਤੇ ਮੈਨੂੰ ਹਮੇਸ਼ਾ ਵਿਸ਼ਵਾਸ ਹੈ ਅਤੇ ਉਹ ਕਰਦੀਆਂ ਨੇ ਅਤੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਦੀਆਂ ਬਖਸ਼ੀਆਂ ਲੈਂਦੀਆਂ ਨੇ। ਇਸ ਵਾਰੀ ਵੀ ਆਪ ਦੇ ਚਰਨਾਂ 'ਚ ਬੇਨਤੀ ਹੈ ਇਸੇ ਤਰ੍ਹਾਂ ਹੀ ਕਰਨ ਲਈ। ਆਓ ਹੁਣ ਆਪਾਂ ਇਲਾਹੀ ਬਾਣੀ ਦੀ ਕਥਾ ਸਰਵਣ ਕਰਕੇ ਕੋਈ ਕਿਣਕਾ ਮਾਤਰਾ ਆਪਣੇ ਲਈ ਵੀ ਰੱਖ ਲਈਏ, ਆਪਣਾ ਲਈਏ, ਜੀਵਨ ਗੁਰੂ ਦੀ ਕਿਰਪਾ ਨਾਲ ਸਫਲ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ। ਹਮ मैले तुम उजल करते, हम मैले तुम उजल करते, हम निर्गुण तुम दाता, हम मूर्ख तुम चतुर सियाने, तो सर्व कला का ज्ञाता, माधो हम ऐसे तू ऐसा, हम पापी तुम पाप खंडन, नीको ठाकुर देसा, माधो हम ऐसे तू ऐसा, हम पापी तुम पाप खंडन, नीको ठाकुर देसा, दंडोत बंदन अनिक बार, सर्व कला समरथ, डोलन ते राखो प्रभु, नानक देह कर हथ। परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दे पावन पवित्र चरण कमलों विखे संध्या दे इस गुरमत दीवान दी आप जी हाजरी भर रहे हो। सन्मान योग भाई इंद्रजीत सिंह जी खालसा, सतगुरु गुरु रामदास महाराज जी दे ये अमृत बोल, हम अंधले अंध बिखै बिखराते, क्यों चालें गुर चाली, सतगुर दया करे सुख दाता,
हम लावे आपन पाली, गुर सिख मीत चलो गुर चाली, जो गुर कहे सोई भल मन हो, हर हर कथा निराली। सतगुरु की बख्शिश नाल कल असी विचार कर रहे सां, आप त्याग शरणी पवां, मुख बोली मिठड़े वैण। आओ इस तो अगे इस पदे दी आखिरी अर्थ और विचार आपां कर सकीए। आप जितने हजूर दे चरना विच उपस्थित हो, करो कृपा बख्शो आशीष, प्यार अदब सहित गुरु बख्शी फतेह स्वीकार करो और उच्चारण करो जी, वाहिगुरु जी का खालसा, वाहिगुरु जी की फतेह। सतगुरु गुरु अर्जन देव महाराज जी ने दिन रैण दी इस बाणी दी आरंभता विच सतगुरु नूं सेवन दा, सेवी सतगुर अपना, हर सिमरी दिन सब रैन, अपने सतगुरु नूं सेवा ते दिन रात उस पार ब्रह्म परमेश्वर तू मैं सिमरदा रहा। सिमरन विच अपना आपा त्याग देवां, प्रभु दी शरण विच पै जावां ते जबान तो सिफत भरे बोल बोला। उस तो अगली तुकसी जन्म जन्म का विछुड़िया, हर मेलो सज्जन सैन। हे पार ब्रह्म परमेश्वर वाहिगुरु जी तरस करन कि इस अंदर नूं जो कई जन्मां जन्मांतरां दा विछड़िया है, इस अंदर नूं इस आत्मा नूं उस परमात्मा सज्जन सैन दा अर्थ कल कीता सी परमात्मा पति, सैन दा अर्थ पति। उस सज्जन परमात्मा पति नाल मेल दिओ। उत्थे एक सवाल है, ये जीव विछड़िया कदों है? गुरु ग्रंथ साहब की बाणी च उसकी गल करनी जरूरी है। इस जीव के विछोड़े का कारण की है? ये क्यों फिर तरले कर रहा है कि मेरा मिलाप हो जाए? पहली गल तो श्री गुरु ग्रंथ साहब की बाणी अनुसार आ बाहर मुखी जितना भी पसारा सानू नजर आउंदा पे, जदों ये दृष्टमान कुछ भी पसारा नहीं सी, जिसनूं असीं परम सच परमात्मा वाहिगुरु रब जां राम जां गॉड परम शक्ति ली परम हस्ती ली जिहड़े शब्द वरतने हैं, जदों पछारा कुछ भी नहीं, सच एवे कि उदों परम सच सुन अवस्था दे विच अपने आपे विच ही सी। इसनूं फिर बयान कर लग्या कई वारी मन च आवेगा भी ओनू कोई वेखदा पिया सी जिहड़ा कह रहा भी वो परम सच अपने आपे भी सी, वो सुन भी सी। असल च जिन्हां ने उस परमात्मा दे शब्द नूं कमाया, उस अवस्था तक पहुंचे, उन्हां ने गुरबाणी विच ये बचन कह दिते कि वो अपनी सुन अवस्था विच आप सी, ना वो किसे दे मुताज है, ना किसे दे कहन ते उन्हें हरकत की। उस परम सच ने अपने अंदर आप ही फुरना बनाया कि मैं अफुर तो सफुर हो जाना है। बिनती है अब बाकी जीव सारे बाद च आउंदे। उसने अपने आप नूं अफुर तो सफुर करन दे लई शब्द की खेड वरताई, जिन्हों असीं एक लफ्ज हुक्म भी कहने। वो सुन तो अफुर तो सफुर होया, उसने सफुर हो गया सारा दृष्टमान जिहड़ा परमात्मा ने सिरज दिता। इसे नूं गुरु ग्रंथ साहिब जी की बाणी विच एक बचन है कि जो कुछ परमात्मा ने सिरजिया, सच एवे सिरजन तो पहला सिर्फ वो आप सी, होर कुछ नहीं सी। कोई धर्म, कोई मंदिर, कोई जदों कुछ होंद है ही नहीं। सिरजन तो पहला केवल तां केवल वो आप सी,
ਸਿਰਜਣਾ ਕਰਨ ਤੋਂ ਬਾਅਦ ਜੋ ਕੁਝ ਉਹਨੇ ਸਿਰਜਿਆ, ਉਹਨੂੰ ਸਿਰਜਣ ਤੋਂ ਬਾਅਦ ਇਹਦੇ ਤੋਂ ਵੱਖ ਕਿਤੇ ਵੀ ਨਹੀਂ ਬੈਠਾ। ਇਸ ਬੇਨਤੀ ਨੂੰ ਪਿਛਲੇ ਸਾਲ ਵੀ ਮੈਂ ਅਰਜ਼ ਕੀਤੀ ਸੀ ਕਿ ਜਿਹੜਾ ਹੁਕਮ ਦਾ ਕਨਸੈਪਟ ਹੈ ਗੁਰੂ ਗ੍ਰੰਥ ਸਾਹਿਬ ਦੀ ਗੁਰਮਤਿ ਅਨੁਸਾਰ, ਇਸਲਾਮ ਵਿੱਚ ਵੀ ਕਿਹਾ ਜਾਂਦਾ ਰੱਬ ਨੇ ਕੁਨ ਕਿਹਾ ਤੇ ਸਭ ਕੁਝ ਬਣ ਗਿਆ। ਸ਼ਬਦ ਦੀ ਗੱਲ ਉਹ ਵੀ ਕਰਦੇ, ਪਰ ਇੰਨੀ ਕੁ ਗੱਲ ਕਰਕੇ ਕਿ ਸਭ ਕੁਝ ਬਣ ਗਿਆ। ਆਪ ਉਹ ਸਤਵੇਂ ਆਕਾਸ਼ ਵਿੱਚ ਵਿਰਾਜਮਾਨ ਹੈ। ਤੇ ਦਾਸ ਨੇ ਬੇਨਤੀ ਕੀਤੀ ਕਿ ਗੁਰਮਤਿ ਅਨੁਸਾਰ ਪਰਮਾਤਮਾ ਦੇ ਹੁਕਮ ਦੀ ਵਿਆਖਿਆ ਇਸ ਤਰ੍ਹਾਂ ਨਹੀਂ ਹੋ ਸਕਦੀ ਕਿ ਹੁਕਮ ਕਰਨ ਵਾਲਾ ਆਪਣੇ ਹੁਕਮ ਤੋਂ ਵੱਖ ਹੋ ਗਿਆ। ਇਸ ਨੂੰ ਸੁਣਿਓ ਬੇਨਤੀ ਨੂੰ ਫਿਰ ਦੁਬਾਰਾ। ਮੰਨ ਲਓ ਆਪ ਜੀ ਦੇ ਘਰ ਵਿੱਚ ਕੋਈ ਕੰਮ ਕਰਦਾ ਹੈ ਜਾਂ ਆਪ ਜੀ ਦੀ ਕੰਪਨੀ ਵਿੱਚ ਕੋਈ ਕੰਮ ਕਰਦਾ ਹੈ ਤੇ ਆਪ ਜੀ ਕਿਤੇ ਪਰਦੇਸ ਜਾਂਦੇ ਹੋ ਤੇ ਉਸ ਨੂੰ ਇੰਨਾ ਕੰਮ ਦੱਸ ਜਾਂਦੇ ਹੋ ਵੀ ਆਹ ਕੰਮ ਮੇਰੇ ਤੋਂ ਬਾਅਦ ਘਰ ਦਾ ਕਰ ਦੇ। ਜਿਹੜਾ ਹੁਕਮ ਕਰਨ ਵਾਲਾ ਉਹ ਗੈਰ ਹਾਜ਼ਰ ਹੈ, ਉਹ ਉੱਥੇ ਹਾਜ਼ਰ ਨਹੀਂ, ਪਰ ਉਹਦੀ ਗੈਰ ਹਾਜ਼ਰੀ ਵਿੱਚ ਉਹਦਾ ਜਿਹੜਾ ਹੁਕਮ ਹੈ ਜਾਂ ਉਹਨੇ ਕੰਮ ਦੱਸਿਆ ਉਹ ਆਪਣੇ ਆਪ ਹੀ ਕੀਤਾ ਜਾ ਰਿਹਾ ਹੈ। ਪਰਮਾਤਮਾ ਇਸ ਤਰ੍ਹਾਂ ਨਹੀਂ ਕਿ ਉਹਨੇ ਹੁਕਮ ਕਰ ਦਿੱਤਾ ਤੇ ਉਸ ਤੋਂ ਬਾਅਦ ਹੁਕਮ ਤੋਂ ਵੱਖ ਹੋ ਗਿਆ। ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਪਰਮਾਤਮਾ ਨੇ ਹੁਕਮ ਨਾਲ ਸਭ ਕੁਝ ਸਿਰਜਿਆ ਤੇ ਹੁਕਮ ਕਰਨ ਵਾਲਾ ਹੁਕਮੀ ਆਪਣੇ ਹੁਕਮ ਵਿੱਚ ਆਪ ਵਰਤਣ ਲੱਗਾ। ਉਹ ਹੁਕਮ ਤੋਂ ਵੱਖ ਨਹੀਂ, ਆਪਣੇ ਹੁਕਮ ਵਿੱਚ ਆਪ ਵਰਤਦਾ ਹੈ। ਹਜ਼ੂਰ ਨੇ ਇਸੇ ਕਰਕੇ ਬਾਣੀ 'ਚ ਬਖਸ਼ਿਸ਼ ਕੀਤੀ ਕਿ ਉਸ ਪਰਮਾਤਮਾ ਨੇ ਸਭ ਕੁਝ ਆਪਣੇ ਆਪ ਸੁਧੇ ਸਿੱਧ, ਜਿਹਨੂੰ ਆਪਾਂ ਸ਼ਬਦ ਕਹਿੰਦੇ। ਗੁਰਮੁਖੋ, ਇੱਕ ਵਾਰ ਇਹ ਮੰਜੀ ਸਾਹਿਬ ਵੀ ਅਰਜ਼ ਕੀਤੀ ਸੀ ਕਿ ਇੱਕ ਸ਼ਬਦ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਗੁਰਬਾਣੀ ਦੇ ਸ਼ਬਦ ਨੂੰ ਸਵੀਕਾਰਦੇ ਨਹੀਂ। ਇਹ ਅੱਖਰਾਂ 'ਚ ਲਿਖੇ ਹੋਏ ਸ਼ਬਦ ਸੱਚ ਇਹ ਉਸ ਹੁਕਮ ਸ਼ਬਦ ਦੀ, ਨਾਮ ਸ਼ਬਦ ਦੀ ਵਿਆਖਿਆ ਕਰਦੇ ਨੇ ਕਿ ਜਿਸ ਸ਼ਬਦ ਦੀ ਬਦੌਲਤ ਸਭ ਕੁਝ ਹੀ ਪੈਦਾ ਹੋਇਆ। ਪਰਮਾਤਮਾ ਨੇ ਇਹ ਸਭ ਕੁਝ ਪਸਾਰੇ ਨੂੰ ਸਿਰਜ ਦਿੱਤਾ, ਪਰ ਸਿਰਜਣ ਤੋਂ ਬਾਅਦ ਉਹ ਪਸਾਰੇ ਵਿੱਚ ਆਪ ਵਰਤਣ ਲੱਗਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਕਿ ਜਿਸ ਦਿਨ ਪਰਮਾਤਮਾ ਸਾਰੇ ਪਸਾਰੇ ਨੂੰ ਸਮੇਟ ਲਏਗਾ, ਦ੍ਰਿਸ਼ਟਮਾਨ ਜੋ ਕੁਝ ਸਿਰਜਿਆ ਸਭ ਕੁਝ ਸਮੇਟੇਗਾ। ਸਮੇਟਣ ਤੋਂ ਬਾਅਦ ਆਪ ਫਿਰ ਉਸੇ ਤਰ੍ਹਾਂ ਵਿਚਰੇਗਾ ਜਿਵੇਂ ਪਸਾਰੇ ਤੋਂ ਪਹਿਲਾਂ ਸੀ। ਆਪਾਂ ਇਹ ਦੇਖਣਾ ਵੀ ਜਨਮਾਂ ਜਨਮਾਂ ਤੋਂ ਵਿਛੋੜੇ ਦਾ ਮਤਲਬ ਕੀ। ਮਹਾਰਾਜ ਜੀ ਦੀ ਬਾਣੀ 'ਚ ਇਹ ਬਚਨ ਹੈ ਕਿ ਬਾਜ਼ੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ, ਤਬ ਏਕੋ ਏਕੰਕਾਰ। ਬਾਜ਼ੀਗਰ ਨੇ ਇੱਕ ਖੇਡ ਰਚ ਦਿੱਤੀ, ਉਹਨੇ ਸਾਂਗ ਰਚਿਆ, ਉਹ ਕਈ ਤਰ੍ਹਾਂ ਦੇ ਭੇਖ ਬਣਾਉਂਦਾ ਪਿਆ ਹੈ, ਰੂਪ ਬਣਾ ਰਿਹਾ ਹੈ, ਪਰ ਜਦ ਉਹਦੀ ਮਰਜ਼ੀ ਆਈ ਉਹਨੇ ਸਾਰੇ ਭੇਖ ਨੂੰ, ਸਾਰੀ ਖੇਡ ਨੂੰ ਨਿਬੇੜ ਦਿੱਤਾ। ਜੋ ਪਸਾਰਾ ਸੀ ਉਹਨੂੰ ਸਮੇਟ ਦਿੱਤਾ, ਪਰ ਖੇਡ ਤੋਂ ਪਹਿਲਾਂ 20 ਮਦਾਰੀ ਵਾਲਾ ਸੀ, ਖੇਡ ਮੁੱਕ ਗਈ, ਫਿਰ 20 ਮਦਾਰੀ ਵਾਲਾ ਰਹਿਣਾ। ਸੱਚ ਇਹ ਵੇ ਕਿ ਪਰਮਾਤਮਾ ਨੇ ਇੱਕ ਬਾਜ਼ੀ, ਇਹ ਖੇਡ ਰਚੀ ਹੈ। ਖੇਡ ਰਚਨ ਤੋਂ ਪਹਿਲਾਂ ਵੀ ਉਹ ਹੈ ਕਿ ਜਿਸ ਦਿਨ ਖੇਡ ਨੂੰ ਸਮੇਟ ਲਏਗਾ ਉਸੇ ਬਾਜੀਗਰ ਨੇ ਹੀ ਰਹਿਣਾ। ਖੇਡ ਖਤਮ। ਇਹਨੂੰ ਸਮਝਣ ਲਈ ਫਿਰ ਗੁਰੂ ਸਾਹਿਬ ਜੀ ਨੇ ਕੁਝ ਪ੍ਰਮਾਣ ਦਿੱਤੇ ਨੇ ਜੀ। ਉਹ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਦੇ ਬਚਨ ਨੇ ਕਿ ਜਲ ਤੇ ਉੱਠੈ ਅਨਕ ਤਰੰਗਾਂ, ਪਾਣੀ ਦੇ ਵਿੱਚੋਂ ਅਨੇਕਾਂ ਲਹਿਰਾਂ ਉੱਠਦੀਆਂ ਨੇ, ਪਰ ਭਾਵੇਂ ਉਹ ਪਾਣੀ ਵਿੱਚੋਂ ਲਹਿਰ ਉੱਠਦੀ ਏ, ਪਰ ਉਹ ਲਹਿਰ ਪਾਣੀ ਤੋਂ ਕਦਾਚਿਤ ਵੱਖ ਨਹੀਂ ਹੁੰਦੀ। ਪਾਣੀ ਵਿੱਚੋਂ ਉੱਠੀ ਕੋਈ ਲਹਿਰ ਭਾਵੇਂ ਵੱਖ ਪ੍ਰਤੀਤ ਹੁੰਦੀ ਏ, ਪਰ ਪਾਣੀ ਲਹਿਰ ਵਿੱਚ ਵਰਤਦਾ ਹੈ ਤਾਂ ਲਹਿਰ ਹੈ। ਸੱਚ ਇਹ ਵੇ, ਇਸੇ ਤਰ੍ਹਾਂ ਇੰਜ ਲੱਗਦਾ ਸ਼ਾਇਦ ਪਰਮਾਤਮਾ ਤੋਂ ਵੱਖ ਹੈ ਰਚਨਾ, ਪਰ ਮਹਾਰਾਜ ਕਹਿੰਦੇ ਜਿਵੇਂ ਪਾਣੀ ਚੋਂ ਉੱਠੀ ਲਹਿਰ ਪਾਣੀ ਕਰਕੇ ਗਏ, ਇਹ ਦ੍ਰਿਸ਼ਟਮਾਨ ਦੀ ਲਹਿਰ ਵੀ ਉਸ ਅਦ੍ਰਿਸ਼ਟ ਦੇ ਕਰਕੇ ਹੀ। ਮੇਰੀ ਬੇਨਤੀ ਕਰਾਂ, ਪਾਣੀ ਚੋਂ ਲਹਿਰ ਉੱਠਦੀ ਹੈ, ਪਰ ਜਦੋਂ ਲਹਿਰ ਖਤਮ ਹੁੰਦੀ ਹੈ ਫਿਰ ਪਾਣੀ ਦਾ ਪਾਣੀ ਰਹਿ ਜਾਂਦਾ ਹੈ। ਮਹਾਰਾਜ ਕਹਿੰਦੇ ਅਸੀਂ ਸੋਨੇ ਦੇ ਗਹਿਣੇ ਬਣਾਉਂਦੇ ਹਾਂ, ਸੋਨੇ ਦੀ ਡਲੀ ਨੂੰ ਢਾਲ ਕੇ ਉਹ ਚੋਂ ਗਹਿਣੇ ਬਣਾਏ, ਅਨੇਕਾਂ ਤਰ੍ਹਾਂ ਦੇ ਗਹਿਣੇ ਬਣਦੇ ਆ, ਪਰ ਗੁਰਮੁਖੋ ਜਦੋਂ ਗਹਿਣੇ ਸਾਰੇ ਸੰਕੋਚ ਲਈਦੇ ਨੇ, ਸਾਰੇ ਗਹਿਣੇ ਆਪਾਂ ਬਣਿਆ ਹੋਇਆਂ ਦੇ ਵਜੂਦ ਨੂੰ ਢਾਲ ਦਿੰਦੇ ਆ, ਗਹਿਣਾ ਕੋਈ ਨਹੀਂ ਰਹਿੰਦਾ, ਸਿਰਫ ਉਹ ਹੀ ਸੋਨਾ ਰਹਿੰਦਾ ਜਿਹਦੇ ਵਿੱਚੋਂ ਗਹਿਣੇ ਨਿਕਲੇ। ਮਹਾਰਾਜ ਨੇ ਤੀਸਰਾ ਵਚਨ ਕਿਹਾ, ਕਹਿਣ ਲੱਗੇ ਜ਼ਮੀਨ 'ਚ ਕਿਸੇ ਵੀ ਬੂਟੇ ਦਾ ਬੀਜ ਪਾਓ, ਉਸ ਵਿੱਚੋਂ ਨਿਕਲਦਾ ਪੇਡਾ 6 ਮਹੀਨੇ, ਸਾਲ, 2 ਸਾਲ, 5-7 ਸਾਲ ਬਾਅਦ ਫਲਦਾਰ ਬੂਟੇ ਦਾ ਜਦੋਂ ਫਲ ਲੱਗਦਾ ਹੈ ਉਹਦਾ ਪਸਾਰਾ ਕਈ ਸਾਲਾਂ ਦਾ ਹੈ, ਪਰ ਜਦੋਂ ਫਲ ਪੱਕੇਗਾ
ਉਸ ਨੂੰ ਤੋੜੋਗੇ ਉਹਦੇ ਵਿੱਚੋਂ ਉਹ ਹੀ ਬੀਜ ਨਿਕਲੇਗਾ ਜਿਹੜਾ ਬੀਜ ਧਰਤੀ ਵਿੱਚ ਪਾਇਆ ਗਿਆ। ਪਸਾਰੇ ਰੁੱਖ ਦੇ ਪਸਾਰੇ ਤੋਂ ਪਹਿਲਾਂ ਵੀ ਬੀਜ, ਜਦੋਂ ਪਸਾਰਾ ਸੰਕੋਚਿਆ ਉਦੋਂ ਵੀ ਬੀਜ। ਪਹਿਲੀ ਗੱਲ ਤਾਂ ਇਹ ਕਿ ਉਹਨੇ ਆਪਣੇ ਆਪੇ ਵਿੱਚੋਂ ਸਭ ਕੁਝ ਪੈਦਾ ਕੀਤਾ। ਇਹਨੂੰ ਚੰਗਾ ਕਹੋ, ਮੰਦਾ ਕਹੋ, ਬੁਰਾ ਕਹੋ, ਅੱਛਾ ਕਹੋ, ਭਗਤ ਕਹੋ, ਚੋਰ ਕਹੋ, ਸੰਤ ਕਹੋ, ਸਾਖਤ ਕਹੋ, ਇਸ ਗੱਲ ਨੂੰ ਮੰਨਣਾ ਪਏਗਾ ਕਿ ਉਸਨੇ ਜਦੋਂ ਕੁਝ ਨਹੀਂ, ਇਹ ਸਾਰੇ ਦੇ ਸਾਰਾ ਪਾਪ ਪੁੰਨ ਜੋ ਕੁਝ ਵੀ ਹੈ ਪਰਮਾਤਮਾ ਨੇ ਆਪਣੇ ਵਿੱਚੋਂ ਹੁਕਮ ਵਿੱਚੋਂ ਪੈਦਾ ਕੀਤਾ। ਇਹ ਪਵਿੱਤਰ ਬਚਨ ਹੈ। ਬਾਜ਼ੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕੰਕਾਰਾ, ਜਲ ਤੇ ਉਠੈ ਅਨਕ ਤਰੰਗਾ, ਕਨਕ ਭਿਉਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ। ਪਸਾਰਾ ਹੈ ਪਰ ਪਸਾਰੇ ਤੋਂ ਪਹਿਲਾਂ ਵੀ ਏਕੰਕਾਰਾ ਤੇ ਪਸਾਰੇ ਦੇ ਮਿਟਣ ਤੋਂ ਬਾਅਦ ਵੀ ਏਕੰਕਾਰਾ। ਇਸ ਤੋਂ ਅੱਗੇ ਹੋਰ ਥੋੜਾ ਜਿਹਾ ਦੇਖੀਏ ਕਬੀਰ ਸਾਹਿਬ ਦਾ ਸ਼ਬਦ ਕਿ ਅਵਲ ਅੱਲਾਹ, ਸਭ ਤੋਂ ਪਹਿਲਾਂ ਅੱਲਾਹ ਰੱਬ ਜੀ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਹਨਾਂ ਨੇ ਭਲੇ ਮੰਦੇ ਦੀ ਗੱਲ ਕਰਦਿਆਂ ਵੀ ਇਸ ਗੱਲ ਤੇ ਮੁਕਾਈ ਵੀ ਅਸਲ 'ਚ ਅੱਲਾਹ ਦੇ ਨੂਰ ਤੋਂ ਹੀ ਸਭ ਕੁਝ ਉਪਜਿਆ ਹੈ, ਸਿਰਜਿਆ। ਇਸ ਨੂੰ ਥੋੜਾ ਜਿਹਾ ਆਓ ਜਪਜੀ ਸਾਹਿਬ ਦੇਖਾਂਗੇ। ਆਉਣਾ ਆਪਾਂ ਇਸ ਤੇ ਵੀ ਕਿ ਜਨਮ ਜਨਮ ਕਾ ਵਿਛੜਿਆ ਖੇਡ ਕੀ ਬਣ ਗਈ। ਆਪਾਂ ਆਉਣਾ ਇਸ ਤੇ ਹੈ, ਆਪਣਾ ਪ੍ਰਕਰਨ ਸ੍ਰਿਸ਼ਟੀ ਦਾ ਨਹੀਂ। ਅਸੀਂ ਜਦੋਂ ਜਪਜੀ ਸਾਹਿਬ ਪੜ੍ਹਨੇ ਖਾਂ ਤੇ ਜਪਜੀ ਸਾਹਿਬ ਦੀ ਇਹ ਪੌੜੀ ਜਦੋਂ ਪਹਿਲੀ ਪੌੜੀ ਸਮਾਪਤ ਹੁੰਦੀ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ, ਇਸ ਤੋਂ ਅੱਗੇ ਤੁਸੀਂ ਪੜ੍ਹੋ ਹੁਕਮੀ ਖੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆਂ। ਹੁਕਮੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ। ਇਸ ਨੁਕਤੇ ਨੂੰ ਸਮਝਾਂਗੇ, ਇਹ ਸ਼ਬਦ ਦੀ ਸਮਝ ਪੈਗੀ। ਜਨਮ ਜਨਮ ਕਾ ਵਿਛੜਿਆ ਕੀ। ਹੁਕਮ ਵਿੱਚ ਸਾਰੇ ਆਕਾਰ ਬਣੇ ਨੇ, ਹੁਕਮ ਵਿੱਚ ਸਭ ਕੁਝ ਉਹਨੇ ਬਣਾ ਦਿੱਤਾ। ਉੱਤੇ ਵੀ ਹੁਕਮ ਵਿੱਚ ਤੇ ਨੀਚ ਵੀ ਹੁਕਮ ਵਿੱਚ, ਦੁੱਖ ਵੀ ਹੁਕਮ ਵਿੱਚ ਤੇ ਸੁੱਖ ਵੀ ਹੁਕਮ ਵਿੱਚ। ਸੱਚ ਇਹ ਵੇ ਭਟਕਣਾ ਵੀ ਹੁਕਮ ਵਿੱਚ ਤੇ ਬਖਸ਼ੀਸ਼ ਵੀ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਪੈਦਾ ਕੀਤੀ ਹੈ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆਂ। ਮਹਾਰਾਜ ਕਹਿੰਦੇ ਨੇ ਹਰ ਚੀਜ਼ ਉਹਦੇ ਹੁਕਮ ਚ ਹੋਈ, ਉਹਦੇ ਹੁਕਮ ਚ ਇੱਕ ਹੋਰ ਵਰਤਾਰਾ ਵਰਤਿਆ। ਸੁਣਿਓ, ਇਸ ਵਿੱਚ ਅੱਜ ਜੂਨਾਂ ਬਣੀਆਂ। ਮਹਾਰਾਜ ਨੇ ਵੈਸੇ ਬਾਣੀ ਚ 84 ਲੱਖ ਦਾ ਜ਼ਿਕਰ ਕੀਤਾ ਹੈ ਜੀ, ਸਾਰੇ ਪੜ੍ਹਨੇ। ਉਸ ਵਿੱਚ ਕੁਝ ਕੁ ਗਿਣਤੀ ਵੀ ਦੱਸ ਦਿੱਤੀ। ਭਗਤ ਨਾਮਦੇਵ ਜੀ ਨੇ ਕਿਹਾ 42 ਲੱਖ ਪਾਣੀ ਵਿੱਚ ਹੈ, 42 ਲੱਖ ਪਾਣੀ ਤੋਂ ਬਾਹਰ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਉਹਨਾਂ ਜੂਨਾਂ ਦਾ ਜ਼ਿਕਰ ਕੀਤਾ। 184 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। 84 ਲੱਖ ਹੈ ਪਰ ਮਨੁੱਖ ਉੱਤਮ ਹੈ। ਭਾਵੇਂ ਕਿ ਡਾਰਵਿਨ ਦੇ ਸਿਧਾਂਤ ਨੇ ਕਿਹਾ ਕਿ ਅਸਲ 'ਚ ਜਾਨਵਰ ਹੀ ਵਿਕਾਸ ਕਰਦਾ ਕਰਦਾ ਇੱਕ ਬੰਦੇ ਦਾ ਰੂਪ ਇਹਨੇ ਧਾਰਨ ਕੀਤਾ। ਜਿਹੜਾ ਅੱਜ ਢਾਂਚਾ ਹੈ ਇਹਦਾ ਪਿਛੋਕੜ ਜਿਹੜਾ ਹੈ ਬਾਂਦਰ ਦਾ ਹੈ। ਬੰਦਾ ਇਸ ਤਰ੍ਹਾਂ ਚੱਲਿਆ ਕਿ ਅਸੀਂ ਪੜ੍ਹਨੇ, ਸਾਇੰਸ ਦੱਸਦੇ ਹੋ, ਚਲੋ ਉਸ ਸਿਧਾਂਤ ਨੂੰ ਮੰਨਿਆ ਵੀ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਇਹ ਸਾਰੀ ਖੇਡ ਕਿਵੇਂ ਵਾਪਰ ਗਈ, ਉਹਦੇ ਤੋਂ ਵਿਛੜ ਕਿਵੇਂ ਗਏ। ਮਹਾਰਾਜ ਚੌਪਈ ਸਾਹਿਬ 'ਚ ਇੱਕ ਬਚਨ ਕਹਿੰਦੇ ਨੇ ਪਰਮਾਤਮਾ ਅਸਲ 'ਚ ਇਹ ਤੇਰੀ ਖੇਡ ਹੈ। ਜੇ ਸਮਝੀਏ ਧਿਆਨ ਨਾਲ ਤਾਂ ਜਬ ਉਦਕਰਕ ਕਰਾ ਕਰ ਤਾਰਾ, ਉਦਕਰਕ ਦਾ ਅਰਥ ਹੁੰਦਾ ਹੈ ਫੈਲਾਣਾ ਤੇ ਅਕਰਕ ਦਾ ਅਰਥ ਹੁੰਦਾ ਹੈ ਫੈਲਾਏ ਹੋਏ ਨੂੰ ਦੁਬਾਰਾ ਫਿਰ ਆਪਣੇ ਵਿੱਚ ਲੈ ਆਉਣਾ। ਇਹ ਦੋ ਹੀ ਚੀਜ਼ਾਂ ਨੇ ਸਾਰੀ ਸ੍ਰਿਸ਼ਟੀ 'ਚ ਕੰਮ ਕਰਦੀਆਂ ਜੀ, ਇੱਕ ਉਦਕਰਕ ਤੇ ਇੱਕ ਅਕਰਕ। ਇਹਨੂੰ ਗੁਰੂ ਨਾਨਕ ਸਾਹਿਬ ਨੇ ਜਿਹੜੇ ਦੋ ਸ਼ਬਦ ਵਰਤੇ, ਇੱਕ ਸੰਜੋਗ ਤੇ ਇੱਕ ਵਿਜੋਗ। ਇਹ ਸਾਰੀ ਖੇਡ ਚਲਾ ਰਹੇ ਨਾ। ਸੰਜੋਗ ਵਿਜੋਗ ਦੇ ਕਾਰ ਚਲਾਵੇ, ਲਿਖੈ ਆਵੇ ਭਾਗ। ਉੱਥੇ ਗੁਰੂ ਗੋਬਿੰਦ ਸਿੰਘ ਨੇ ਸ਼ਬਦ ਉਦਕਰਕ ਤੇ ਅਕਰਕ ਵਰਤੇ, ਪਰ ਹੈ ਉਹ ਸੰਜੋਗ ਤੇ ਵਿਜੋਗ ਦੀ ਵਿਆਖਿਆ। ਜਬ ਉਦਕਰਕ ਕਰਾ ਕਰਤਾਰਾ, ਪਰਜਾ ਧਰਤ ਤਬ ਦੇ ਅਪਾਰਾ। ਜਦੋਂ ਤੁਸੀਂ ਫੈਲਾਓ ਕੀਤਾ, ਉਸ ਵਿੱਚੋਂ ਧਰਤੀ ਪਰਜਾ ਸਭ ਕੁਝ ਨਿਕਲਿਆ। ਜਬ ਆ ਕਰਕ ਕਰਤ ਹੋ ਕਬ ਹੂੰ, ਜਦੋਂ ਤੁਹਾਡੀ ਮੌਜ ਹੋਵੇਗੀ। ਤੇ ਟਾਈਮ ਨਹੀਂ ਦੱਸਿਆ, ਕਬੂ ਕਦੇ ਵੀ, ਤੁਸੀਂ ਕਦੇ ਵੀ ਸਮੇਟੋਗੇ ਇਸ ਨੂੰ। ਤੇ ਤੁਮ ਮੈਂ ਮਿਲਤ ਦੇ ਧਰ
ਸਭ ਨੂੰ ਜਿਤਨਾ ਕੁਝ ਬਣਿਆ ਹੈ ਮੇਰੇ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਹਾਡੇ ਵਿੱਚ ਹੀ ਸਮਾ ਜਾਏ। ਉਦ ਕਰ ਕਰਕੇ ਫੈਲਾਓ ਹੈ, ਆ ਕਰਕ ਕਰਕੇ ਤੁਸੀਂ ਖਿੱਚ ਲਓਗੇ ਤੇ ਤੁਹਾਡੇ ਵੀ ਸਮਾ ਜਾਏਗਾ। ਸੁਣਿਓ ਇਸ ਤੋਂ ਅਗਲੀ ਬੇਨਤੀ। ਫਿਰ ਜੋ ਕੁਝ ਉਹਨੇ ਸਿਰਜਿਆ ਚੰਗਾ ਸੀ ਮੰਦਾ ਸੀ, ਕੋਈ ਚੀਜ਼ ਐਸੀ ਨਹੀਂ ਜਿਹਦੇ 'ਚ ਉਹ ਨਾ ਵਰਤਿਆ, ਹਰ ਥਾਂ ਤੇ ਵਰਤਿਆ। ਇਸ ਨੂੰ ਗੁਰੂ ਗੋਬਿੰਦ ਸਿੰਘ ਦੇ ਸ਼ਬਦਾਂ 'ਚ ਥੋੜਾ ਸੁਣੀਏ। ਅਕਾਲ ਉਸਤਤ ਦੀ ਬਾਣੀ 'ਚ ਹਜ਼ੂਰ ਦਾ ਕਵਿਤ ਹੈ। ਉਹ ਕਹਿੰਦੇ ਭਾਵੇਂ ਉਹ ਜੜ ਹੈ ਜਾਂ ਚੇਤਨ ਹੈ, ਉਂਝ ਵੈਸੇ ਮਨੁੱਖ ਦੀ ਗੱਲ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਆਤਮਾ ਪਰਮਾਤਮਾ ਦੀ ਅੰਸ਼ ਹੈ। ਗੁਰਬਾਣੀ ਨੇ ਕਿਹਾ ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਪਰਮਾਤਮਾ ਦੀ ਅੰਸ਼ ਹੈ। ਪਰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਹਰ ਚੀਜ਼ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਉਹਦੀ ਸੱਤਿਆ ਖੁਦ ਹੀ ਕੰਮ ਕਰਦੀ ਹੈ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਬਚਨ ਨੇ, ਹਜ਼ੂਰ ਨੇ ਉੱਥੇ 3 ਉਦਾਹਰਨਾਂ ਦਿੱਤੀਆਂ ਨੇ ਜੀ। ਮਹਾਰਾਜ ਕਹਿੰਦੇ ਆ ਜਿਵੇਂ ਅੱਗ ਦਾ ਭਾਂਬੜ ਬਲਦਾ ਹੈ ਤੇ ਉਸ ਵਿੱਚੋਂ ਨਿੱਕੀਆਂ ਨਿੱਕੀਆਂ ਚੰਗਿਆੜੀਆਂ ਨਿਕਲਦੀਆਂ, ਸਭ ਨੂੰ ਪਤਾ ਇਸ ਕਵਿਤ ਦਾ। ਉਹ ਭਾਵੇਂ ਚੰਗਿਆੜੀਆਂ ਅੱਗ ਦੇ ਸੋਮੇ ਨਾਲੋਂ ਭਾਂਬੜ ਨਾਲੋਂ ਵੱਖਰੀਆਂ ਨੇ, ਪਰ ਯਾਦ ਰੱਖਿਓ ਉਹਨਾਂ ਦਾ ਅਸਲਾ ਉਹ ਤਪਸ਼ ਉਹੀ ਹੈ ਜਿਹੜੀ ਅੱਗ ਦੀ ਹੈ। ਜੈਸੇ ਇੱਕ ਆਗ ਤੇ ਕਨੋਕਾ ਕੋਟ ਆਗ ਉਠੇ, ਨਿਆਰੇ ਨਿਆਰੇ ਹੋਇ ਕੇ ਫਿਰ ਆਗ ਮੈਂ ਸਮਾਹੇ। ਜਿਵੇਂ ਇੱਕ ਅੱਗ ਵਿੱਚੋਂ ਅਨੇਕਾਂ ਜਿਹੜੇ ਨੇ ਨਿੱਕੇ ਨਿੱਕੇ ਜਿਹੜੇ ਅੱਗ ਦੇ ਕਿਣਕੇ ਨੇ ਨਿਕਲਦੇ ਨੇ, ਭਾਵੇਂ ਅੱਗ ਤੋਂ ਵੱਖਰੇ ਨੇ, ਬੇਨਤੀ ਸੁਣੋ, ਪਰ ਅੱਗ ਦੀ ਹੀ ਅੰਸ਼ ਉਹਨਾਂ ਵਿੱਚ ਹੈ। ਮਹਾਰਾਜ ਕਹਿੰਦੇ ਜਿਵੇਂ ਅੱਗ ਦੇ ਬਹੁਤ ਵੱਡੇ ਭੰਡਾਰੇ ਵਿੱਚੋਂ, ਭਾਂਬੜ ਵਿੱਚੋਂ ਨਿੱਕੀਆਂ ਨਿੱਕੀਆਂ ਚੰਗਿਆੜੀਆਂ ਨਿਕਲ, ਉਹ ਜਿੰਨੀਆਂ ਮਰਜ਼ੀ ਖੱਬੇ ਸੱਜੇ ਉੱਡ ਜਾਣ ਪਰ ਦੂਰ ਹੋ ਕੇ ਵੀ ਉਹਨਾਂ ਦੇ ਵਿੱਚ ਅੱਗ ਹੀ ਕੰਮ ਕਰੇਗੀ। ਇਸੇ ਤਰ੍ਹਾਂ ਉਹ ਪਰਮ ਸੱਚ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਢਾਂਚੇ ਵੱਖਰੇ ਨੇ, ਚੇਤਨਾ ਆਪੋ ਆਪਣੀ ਹੈ, ਪਰ ਜਿਵੇਂ ਅੱਗ ਹਰ ਇੱਕ ਚੰਗਿਆੜੀ ਵਿੱਚ ਵਰਤਦੀ, ਇਸੇ ਤਰ੍ਹਾਂ ਪਰਮ ਸੱਚ ਵੀ ਹਰ ਜੀਵ ਦੇ ਵਿੱਚ ਆਪ ਵਰਤਦਾ। जैसे एक आग ते कनोका कोट आग उठे, न्यारे न्यारे कोई कह फिर आग में समाएंगे, आग में मिलाएंगे। जैसे एक धूर ते अनेक धूर पूरत हैं, जिवें एक मिट्टी दा टिब्बा जी, बड़ी तेज हवा चले ते जमीन ते पए कोई मिट्टी दे जर्रे जिहड़े ने आसमान विच उड़दे, भावां मारूथल मिट्टी नाल भरिया पिया है, ओदा एक जर्रा एक निक्का जिहा किणका भी जितना मर्जी आसमान विच उट्टा चला जाए फिर भी वह धरती नाल जुड़िया रहेगा, क्योंकि जिहड़ा थल्ले मिट्टी का ढेर पिया ओदा ही एक निक्का जिहा किणका है। परम सच जो है। फिर बेनती है जी, जिवें मिट्टी दे टिब्बियां चों उड्डी कोई मिट्टी, निक्के निक्के जर्रे भी मिट्टी का रूप ने, सच एव इसे तरह उस परम सच विचों सारी चेतना निकली, वो किसे रूप विच भी होवे। महाराज कहते ने जैसे एक धूर ते अनेक धूर पूरत हैं, धूर के कनूका सब धूर ही समाहेंगे, जैसे एक नद ते तरंग कोट उपजत हैं। इस गुणे प्रमाण लिया है। एक नदी विचों दरिया विचों अनगिनत लहरां उठदियां, जैसे एक नद ते तरंग कोट उपजत हैं, पान के तरंग सब पान ही कहाएंगे, तैसे विश्व रूप ते अपूत, इत्थे अपूत ते पूत तत्, चेतन ते जड़, तैसे विश्व रूप ते अपूत पूत प्रगट हुए, सब ताही ते उब सब ताही में समाएंगे। ओदे विचों निकले ने, फिर ओदे विच ही उन्होंने समा जाना है। पहली बेनती ये जी भी हर पासे जे ओदी खेड़ है, ये विछोड़े वाला कित्थों आ गया विच काम? किहड़ी चीज़ है जिन्हें विछोड़ा? हुण इहनूं सौखा समझण लई गुरु ग्रंथ साहिब दा एक बचन लांगे असीं, ते आसा की वार दी मैं एक श्लोक अज अर्ज करना है कि जदों ये एहसास हुंदा भी आ जिहड़ी ਉਹਨੇ रुकावट पैदा की आप खेड़ रती है, उसनूं असीं बाणी च एक शब्द वरतने खौमे। इत्थे सुनियो खौमे लफज उदों भी सी जदों खौमकार करन वाले भी पैदा नहीं होए। इसनूं फिर सुनियो बेनती, आपां सिर्फ खौमे शब्द दे सीधे जे अर्थ करने जी बाहर दे, ये आ धन मेरा आ तन मेरा, असीं कहने खौमे दा मारिया। ये खौमे ते उदों पैदा होई जदों जीव भी नहीं पैदा होया। थोड़ा जिहा इस नुकते रोज तुसीं ये पाठ करदे। हजूर सच्चे पातशाह चलो एक सिद्ध गोष्ठ में एक बचन आंदा है, कित कित बिद जग उपजै पुरखा। महाराज नूं सवाल करदे कि सतगुरु गुरु नानक साहब जी महापुरखा सानूं ये दस भी ये जगत पैदा किवें हुंदा है? ये कित कित बिद बिद दर ते तरीका,
कित कित बिद जग उपजै पुरखा, कित दुख बिसर मर जाई। ये किवें खत्म हुंदा है? महाराज कहते खौमे विच जग उपजै पुरखा, नाम विसरिया दुख पाई। हुण इस बेनती नूं सुणियो भी खौमे विच जग उपजै पुरखा की है। दूजे पासे बाणी ने क्या हुक्मी कोवण आकार, हुक्म विच सृष्टि बनी, पर बाबा जी इत्थे शब्द वरतदे पे नहीं, खौमे विच जग उपजै पुरखा, नाम विसरिया दुख पाई। ये खौमे दे विचों ही जगत पैदा होया। तुसी जदों आप जी कीर्तन सवेरे सुनदे हो जां आसा की वार दी 7वीं पौड़ी पढ़ने आ, इस पौड़ी दे नाल जिहड़े श्लोक ने, पौड़ी तुसी पढ़ियो सेवा दी है ते श्लोक दोनों होमे दे, इस तरह है ना जी। ये क्यों? पहला श्लोक गुरु नानक साहब दा है। मैं इत्थे तां थोड़ा जिहा रुकिया वां कि एक सवाल है, ये विछोड़ा किवें पै गया जी? जदों सब कुछ उन्हें सिरजिया, सब कुछ उन्हें बनाया, तो महाराज ये विछोड़े वाला कहानी कित्थों चल पई? फिर वो तुसी पढ़दे हो श्लोक, खौं विच आया, खौं विच गया, खौं विच जम्मिया, खौं विच मूआ, खौं विच दिता, खौं विच लया, वो सारा पढ़ने। ये श्लोक गुरु नानक साहब दा। अगला श्लोक जिहड़ा है वो है गुरु अंगद देव महाराज जी का। वो श्लोक है खौमे एखा जात है। इत्थों समझ थोड़ी जी झलक मिलेगी भी केड़ी कहानी सी जिहड़ी विछोड़ा पा गई। खौमे एखा जात कै, खौमे कर्म कमाहे, खौमे एई बंदना फिर जोनी पाए। खौमे कितो उपजै, कित संयम ए जाए, खौमे एहो हुक्म है, पै किरत फिराहे। हुण ये 4 तुकां नूं ध्यान नाल सुणियो। खौमे एहा जात है, इहदे अर्थ श्रीमान भाई साहब भाई वीर सिंह जी ने बहुत तसल्ली वाले कीते जी। खौमे एहा जात की, असी जात बाणी जदों अर्थ पढ़ने हैं ना जी, एक अर्थ तां जात दा चलो जिहड़े मनुख दीआं बनाईआं होईआं वंडियां, खत्तरी ब्राह्मण शूद वै जातां पातां जिन्हों आपां कहने। एक गुरु ग्रंथ साहिब दी जात दा लफ्जी अर्थ है जाना, जन्म बिरथा जात रंग माया के। जां जात शब्द असी वरतने गुजरी जात गवार, जां शो पाए अपना, पर इत्थे जात दा लफ्जी अर्थ ना तां आ जात, जात दा अर्थ नस्ल भी है जी। करतूत पशु की मानस जात, उत्थे नस्ल भी है। पर यह जिहड़ा जात शब्द कै खौमे एहा जात है, इत्थे जात दा लफ्जी अर्थ कीता जीव तत्व दे नाल अपनी होंद वखरी पाउण वाली रब ने हुक्म विच एक एनर्जी पा दी है। इस फिर बेनती नूं सुणियो। अज जदों कहने रब ने सारे औगण वंडे, सारे जिहड़े ने काम रोग दे दिता हाथी नूं, जिहड़ा दृष्ट रोग दे दिता पतंगे नूं, उस विच एक बाबा जी ने एक दुख दिती है, खौमे रोग मानू को दीना कहने ते बेचारे लिया ही नहीं, लिया नहीं इन्हें, क्योंकि सृष्टि की रचना चलाण वास्ते खौमे दा होना जरूरी सी। मेरी इस गल फिर ध्यान नाल सुनियो, औखा थोड़ा विशा लगेगा, क्योंकि खौमे हुक्म विचों निकली कोई ओदी अपनी ही खेड है, हुक्म विचों निकली है, ते जिन्नी देर तक हुक्म की समझ नहीं पैंदी उन्नी देर तक खौमे जाती भी नहीं। उत्थे महाराज ने क्या खौमे एहो हुक्म है, खौमे च हुक्म चाहिए, खौमे रोग मानुक को दीना। ते नाल ही असीं जपजी साहिब च पढ़िया, नानक हुक्म है जे बुझे तां होमे कहे ना कोई, हुक्म विचों खौमे है। हुण इत्थे महाराज ने कहा ये सारी कहानी उन्हें से रची खेड, ते खेड नूं चलाउण दे लई खौमे दा होना लाजमी सी। इस नूं बाबा जी ने कहा खौमे एका जात है। खौमे परमात्मा ने जीव तत्व नाल पैदा कर दी, जीव तत्व, जीव नाल खौमे पैदा की। खौमे कर्म कमाए, जे खौमे की एनर्जी ना हुंदी ते जीव ने तो काम ही कोई नहीं करना। ये काम तां कर रहा, ये अंदर उन्हें एक एनर्जी खौमे की टिका दी। महाराज बचन कर दिया खौमे एका जात है, खौमे कर्म कमाए, फिर एक चुकिया खौमे यही बंधना। इन्हां कर्मां दे विच फिर इहदा चक्कर चल पिया जिन्हों जन्म जन्म का विछड़िया आपां कहने। फिर बेनती है खौमे विचों परमात्मा ने इस दे विछोड़े नूं पैदा कर दिता, ये कर्म करन लगा, इस कर्म विचों रब की शरीकता इहदे अंदर चल पई। जीव अपने आप नूं कल्ला स्वीकार कर लगा, इन्हें रब की होंद नूं मन्निया ना, मैं ही मैं हाँ। यही कारण वेदांती कहंदा अहं ब्रह्मस्मि, सूफी कहंदा अनल हक,
पर गुरबाणी भी यही गल कहती, पर थोड़ी बदल के कहती है। फिर इस सुने, वेदांती कहेगा आम ब्रह्मस्मि ब्रह्म खां, सूफी कहता अनल हक मैं खुदा खां, कबीर कहता कबीर तू करता तू हुआ मुझ में रहा ना हूं, जब आपा पर का मट मिट गया जत देखूं तत तू। वो जदों मिटदा ये नहीं कहता मैं ही खां आन ब्रह्मस्मि, वो कहता हां ते तू, पर मैं विचों मर गई जिधर वेखना तू ही तू है। इस करके महाराज जी ने कहा कौमी एक एनर्जी है जिहड़ी परमात्मा ने जीव तत्व नाल पाई, इन्हें कर्म शुरू किए, कर्म ही बंधन बन गए, ते गुरमुखो इन्हां बंधनां दे विचों फिर आवागौण दा चक्कर बनिया जिन्हों आपां जन्मां जन्मां दी खेड़ कहने। खौमे एक आ जात है, खौमे कर्म कमाए, खौमे यही बंधना, फिर जोनी जन्म जन्म का विछड़िया। इस विचों फिर जूना शुरू हो गई। ते महाराज फिर पुछदे है जिहड़ियां जूना ये विछोड़े कितों हो गए, ये तुसी खौमे कह रहे हो, ये बनी किवें, ये बंदे ने बनाई, जीव ने बनाई? महाराज गुरु अंगद साहब कहंदे नहीं, खौमे यही बंधना फिर जोनी पाए, खौमे कितों उपजाए, ये कितों पैदा होगी जिन्हें जूना पैदा कर दित्तियां, जिन्हें जन्मां जन्मां दे विछोड़े पैदा कर दिते। गुरु अंगद साहब कहंदे ने इहनूं भी रब दी दात नाल लैके चल, खौमे कितों उपजा कित संयमे जाए। महाराज कहंदे ने खौमे एहो हुक्म है, ये हुक्म विचों बनी है, इहदे विचों कर्म बने ने, खौमे एहो हुक्म है। महाराज कहंदे ने इहदे विचों पै किरत फराए, मैं बेनती करांगा। फिर अगला सवाल कि ये मिट सकती? गुरु साहब कहते हैं बिल्कुल, क्योंकि उन्हें रचना करके की, इन्हें सदा नहीं रहना, हुक्म सदा रहेगा, खौमे सदा नहीं रहेगी। महाराज अगे शब्द वरदिया है तो सही बड़ी बीमारी वड्डी, खौमे दीर्घ रोग है, दारू पी इस माहे, इस एनर्जी विच भी दवाई है। हुण इस बेनती नूं फिर सुनियो। वैसे तो आसा की वार की कथा करते हैं, इस ते काफ़ी समा दास नूं याद है, रजौरी गार्ड ने श्लोक की कथा की सी। हजूर ने शब्द वरत्या दीर्घ रोग है, दारू भी समाहे, दवाई भी इहदे विच है, ओदी रची मैं है अपनत पकड़। ते जदों पकड़ ममता की छुट जाती है ते रब के नाम की पकड़ घुट के बन जाती है। ताकत वही है जिन्ना कहना मैनू अपने धन ते बड़ा मान है, वही शब्द वरतने मैनू अपने रब ते बड़ा मान है। ताकत तो ये बदल गई जी। बेनती है कि इत्थे महाराज ने शब्द वरत्या दारू पी समाए, खौमे रोग है, इच कोई शक नहीं। दास ने एक बार कहा भी एक सप डंग मारदा है, ओदा जहर बंदे नू चढ़ जाए मर जाता है, पर हर थां ते जहर मौत थोड़ा हुंदा है मौत। सीधा डंग मारेगा बंदा मरेगा, पर याद रखियो जदों उसे सप दे मूँह चों जहर कढ़ के ओदी किते ले जाके कैमिकल पा के मसाले पा के दवाई बनाते हैं, जदों उसे जहर की दवाई बनी को खांदा है तो मौत तो बच जाता है। जहर वाकई मौत, हमें एक सच्ची मुच्ची मौत है, पर जदों गुरु कृपा करदा है इस दारू नूं बदलदा है, इहदी एनर्जी नूं चेंज करदा है, पर किवें करे? महाराज गुरु अर्जुन देव तो कुर्बान जाएंगे, क्योंकि उन्होंने वार दी बनतर आप दी। इत्थों तक खौमे दीर्घ रोग है, दारू पी समाहे, कृपा करे जे अपनी ता गुर का शब्द कमाए। नानक कह सुनो जनो इत संयम दुख जाए। हुण इहदे अर्थ एक तां असीं इह करने हैं भी इत संयम दा अर्थ पहली तुक जिहड़ी इस तो पहला पढ़ी कि गुर का शब्द जिहड़ा इहनूं कमाएगा। दारू भी कृपा करे जे अपनी ता गुर का शब्द कमाए, कहे ये जाएगा शब्द नाल, पर अगे जो कह दिता इत संयम दुख जाए, ते गुरमुख विद्वान कहते ने इत संयम का इशारा अगली पौड़ी वाल कर दिता, ये कौमी जाएगी। सुनियो पहला शब्द कह दिता, सुनो इसमें मैं तां जे नुकता लै लिया भी कौमी एक परमात्मा की क्रिएट की है। किसी को कोई समझाता, कल भी मैं कहा एक बच्चा मां की गोद च जन्म लेंदा है, 3 साल की उम्र उन्होंने कोई पता नहीं कौमे की ईगो की, पर जदों दूजा जन्म लेंदा है बच्चा, उन्होंने गोद च वेख के पहला खिजन लग पैंदा है, क्योंकि उसकी कौमे नूं सट वजदी है मेरी थां किहड़ी लैण वास्ते आ गया। वो तो जमांदरू रब ने पाई है। नानक कह सुनो जनो इत संयम जाए दुख जाए। महाराज शब्द तो क्या
ਕਹਿਣ ਲੱਗੇ ਇਕੱਲਾ ਸ਼ਬਦ ਵੀ ਕਈ ਵਾਰੀ ਬੰਦੇ ਨੂੰ ਖੌਮੇ ਵਿੱਚ ਡੋਬ ਦਿੰਦਾ ਹੈ। ਆ ਮੈਂ ਤੈਨੂੰ ਇੱਕ ਹੋਰ ਤਰੀਕਾ ਦੱਸਣਾ, ਸ਼ਬਦ ਨਾਲ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ। ਆ ਇੱਕ ਸੰਜਮ ਹੈ, ਆ ਤਰੀਕਾ ਹੈ ਕਿ ਜਿਹੜੇ ਸ਼ਬਦ ਨਾਲ ਸੇਵਾ ਕਰਦੇ ਆ, ਸੱਚ ਨੂੰ ਧਿਆਉਂਦੇ ਆ, ਫਿਰ ਉਹ ਸੇਵਾ, ਮੈਂ ਇੱਕ ਵਾਰ ਅਰਜ਼ ਕੀਤੀ ਸੀ, ਸੇਵਾ ਆਚਰਣ ਪੈਦਾ ਕਰਦੀ ਹੈ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਦਨਾ, ਅਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੇਂ ਚੜੇ ਸਵਾਇਆ। ਹੁਣ ਅੱਗੇ ਕੀ ਹੋਇਆ ਜੀ? ਹਾਂ, ਜਿਹਦੇ ਤੋਂ ਵਿਛੜੇ ਸਾਂ ਵਡਿਆਈ ਵੱਡਾ ਪਾਇਆ। ਉਹਦੀਆਂ ਸਿਫਤਾਂ ਕਰਦੇ ਕਰਦੇ, ਵਡਿਆਈਆਂ ਕਰਦੇ ਕਰਦੇ ਵੱਡੇ ਨੂੰ ਪਾ ਗਏ। ਮੇਰੀ ਬੇਨਤੀ ਹੈ ਜੀ, ਆ ਜਿਹੜਾ ਜਨਮ ਜਨਮ ਕਾ ਵਿਛੜਿਆ ਹੈ ਨਾ, ਇਹ ਸਾਰੀ ਉਹਨੇ ਆਪ ਖੇਡ ਰਚੀ ਹੈ ਖੌਮੇ ਦੀ, ਇਸ ਕਰਕੇ ਵਿਛੜਿਆ ਹੈ। ਫਿਰ ਜਦੋਂ ਮਾਨਵੀ ਦੇਹੀ ਮਿਲੀ, ਇਹਨੂੰ ਸਮਝ ਪੈ ਗਈ ਮੇਰਾ ਅਸਲਾ ਕੀ ਹੈ, ਮੈਂ ਇਸ ਮਕਸਦ ਲਈ ਨਹੀਂ ਆ। ਪਰ ਵੇਖੋ ਕੈਸੀ ਖੇਡ ਰਚੀ, ਸਭ ਕੁਝ ਪੈਦਾ ਕਰਕੇ ਉਹਨੇ ਨਾਲ ਗੁਰੂ ਵਿੱਚ ਆਪਣਾ ਆਪ ਟਿਕਾ ਦਿੱਤਾ। ਗੁਰੂ ਨੇ ਆ ਕੇ ਸਮਝਾਇਆ। ਫਿਰ ਜਦੋਂ ਇਹ ਸੰਗਤ ਕਰਨ ਲੱਗਾ, ਇਹ ਸ਼ਬਦ ਪੜਨ ਲੱਗਾ, ਫਿਰ ਅੰਦਰੋਂ ਆਵਾਜ਼ ਆਈ ਕਿ ਮੇਰਾ ਅੰਦਰ ਤਾਂ ਹੈ ਅੰਸ਼ ਉਹਦੀ, ਪਰ ਕਈ ਜਨਮ ਹੋ ਗਏ ਨੇ, ਖੌਮੇ ਦੀ ਕੰਧ ਨੇ ਮੈਂ ਬੂਬ ਤੋਂ ਵਿਛੋੜ ਦਿੱਤਾ ਹੈ। ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੁਤੀ ਫਿਰ ਸਦ ਜਾਗੰਤਾ, ਪੀਓ ਮਦਰੋ ਧਨ ਮਤਵੰਤਾ। ਕਹਿੰਦੇ ਇਹ ਜੀਵ ਇਸਤਰੀ ਸ਼ਬਦ ਵਰਤੋ, ਇਹ ਆਤਮਾ ਵਰਤੋ। ਇਹਦੇ ਅੰਦਰ ਫਿਰ ਅਹਿਸਾਸ ਹੋਇਆ ਕਿ ਮੇਰਾ ਧਰਤੀ ਤੇ ਆਉਣ ਦਾ ਕੋਈ ਮਕਸਦ ਹੈ। ਫਿਰ ਇਹ ਤਰਲਾ ਮਾਰਦਾ ਕਿ ਮੇਰਾ ਹੁਣ ਕਿਵੇਂ ਕਿਤੇ ਕੋਈ ਥਾਂ ਬਣ ਸਕਦੀ ਹੈ। ਉੱਥੇ ਫਿਰ ਕਹਿੰਦੇ ਨੇ ਮਹਾਰਾਜ, ਜਦੋਂ ਇਸ ਗੱਲ ਦੀ ਸਮਝ ਪੈ ਜਾਏ ਕਿ ਖੌਮੇ ਦੀ ਪਾਲ ਕਿਵੇਂ ਟੁੱਟੇਗੀ, ਫਿਰ ਜੀਵ ਪਰਮਾਤਮਾ ਸਾਹਮਣੇ ਤਰਲੇ ਲੈਂਦਾ ਹੈ। ਜਿਹੜਾ ਕੱਲ ਅਸੀਂ ਪੜ੍ਹ ਰਹੇ ਸਾਂ, ਜਨਮ ਜਨਮ ਕਾ ਵਿਛੜਿਆ, ਕਈ ਜਨਮਾਂ ਦਾ ਵਿਛੜਿਆ ਹੈ ਅੰਦਰ। ਹਰ ਮੇਲੋ ਸੱਜਣ ਸੈਣ, ਕਈ ਜਨਮਾਂ ਦਾ ਵਿਛੜਿਆ ਹੈ। ਤੇ ਸੱਚ ਹੈ, ਇਹ ਸਾਡਾ ਅੰਦਰ ਆਵਾ ਗੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮੰਨਿਆ ਹੈ ਜੀ। ਕਰਮ ਫਿਲਾਸਫੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮੰਨਿਆ ਹੈ ਜੀ। ਕਈ ਐਸੀਆਂ ਘਟਨਾਵਾਂ ਨੇ, ਅੱਜ ਵੀ ਅਸੀਂ ਬੈਠੇ ਗੱਲ ਕਰ ਰਹੇ ਸਾਂ, ਜਿਹੜੇ ਪੂਰਬਲੇ ਜਨਮ ਦੀ ਕਹਾਣੀ ਦੱਸਦੇ। ਮੈਂ ਪਿਛਲੀ ਵਾਰੀ ਇੱਥੇ ਕਥਾ ਕਰਕੇ ਗਿਆ ਤੇ ਇੱਕ ਅਰਜ਼ ਮੈਂ ਕੀਤੀ, ਚਲ ਮੈਂ ਜੋ ਉਦਾਹਰਨ ਕਈ ਵਾਰੀ ਉਹ ਦਿੱਤੀ ਕਈ ਥਾਵਾਂ ਤੇ, ਕਿ ਸਾਰੇ ਰਿਐਲਿਟੀ ਵਿੱਚ ਇੱਕ ਬੱਚਾ ਹੈ। ਮੈਂ ਚਲੋ ਇਹਨੂੰ ਸ਼ਾਇਦ ਦੂਜੀ ਤੀਜੀ ਵਾਰੀ ਕਹਿਣ ਲੱਗਾ, ਇਸ ਗੱਲ ਨੂੰ ਖਿਮਾ ਕਰਦੇ ਆ ਜੀ, ਕਿ ਰੂਹਾਂ ਦੀ ਆਪਣੀ ਆਪਣੀ ਕਹਾਣੀ ਹੁੰਦੀ। ਹੁਣ ਜੇ ਆਪਾਂ ਕਹੀ ਜੀ ਬੰਦਾ ਜੰਮਿਆ ਜੀ, ਮਰ ਗਿਆ, ਸੰਸਕਾਰ ਕਰਤਾ, ਕਹਾਣੀ ਖਤਮ ਹੋ ਗਈ, ਇਹ ਸਵਾਲ ਹੀ ਨਹੀਂ ਪੈਦਾ ਹੁੰਦਾ। ਮਹਾਰਾਜ ਤਾਂ ਕਹਿੰਦੇ ਨੇ, ਇਹ ਤਾਂ ਕਹਾਣੀ ਕਈ ਜਨਮਾਂ ਦੀ ਚਲੀ, ਪਿੰਦੀ ਉਬਕਲੇ ਸੰਸਾਰਾ, ਪਰਮ ਆਏ ਤੁਮ ਚੇ ਦੁਆਰਾ। ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਭਰੀਂਦੇ ਸਾਂ, ਖਾਲੀ ਹੁੰਦੇ ਫਿਰ ਆਏ ਗਏ। ਮੈਂ ਇੱਥੇ ਉਸ ਬੱਚੇ ਨੂੰ ਮਿਲਿਆ। ਉਸ ਬੱਚੇ ਦਾ ਨਾਮ ਮੈਂ ਅਰਜ਼ ਕਰਾਂ ਜੈਵੀਰ ਸਿੰਘ ਹੈ। ਪਰ ਜਿਸ ਵਕਤ ਉਹ ਬੱਚਾ ਬੋਲਣ ਲੱਗਾ, 1.5-2 ਸਾਲ ਦਾ, ਜਾਂ ਉਹਨੂੰ ਸੁਰਤ ਆਈ, ਉਹਨੇ ਇੱਕੋ ਗੱਲ ਕਹਿਣੀ ਸ਼ੁਰੂ ਕਰ ਦਿੱਤੀ, ਮੇਰਾ ਨਾਮ ਤੁਸੀਂ ਝੂਠ ਬੋਲਦੇ ਹੋ, ਮੈਂ ਜੈਵੀਰ ਨਹੀਂ, ਮੇਰਾ ਨਾਮ ਜੈਮਲ ਸਿੰਘ ਹੈ। ਪਰਿਵਾਰ ਦੇ ਥੋੜੇ ਜਿਹੇ ਪਰੇਸ਼ਾਨ ਹੋ ਗਏ ਵੀ ਇਹ ਨਿਆਣਾ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਏ। ਉਹਨੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ, ਮੇਰੇ ਘਰ ਲੈ ਜਾਓ ਮੈਨੂੰ, ਮੇਰਾ ਪਿੰਡ ਇਹ ਨਹੀਂ, ਮੇਰਾ ਪਿੰਡ ਫਲਾਣਾ। ਉਹਨੇ ਪਿੰਡ ਦੱਸਤਾ, ਡਾਚਰ ਪਿੰਡ ਦਾ ਮੈਂ ਰਹਿਣ ਵਾਲਾ। ਆਪਣੇ ਬੱਚਿਆਂ ਦੇ ਨਾਂ ਦੱਸੇ ਉਹਨੇ ਕਿਹਾ ਮੇਰੀਆਂ ਨੂੰਹਾਂ, ਮੇਰੇ ਪੁੱਤਰ, ਮੇਰੇ ਪੋਤੇ। ਉਹਨੇ ਆਪਣੇ ਬੇਟੇ ਦਾ ਨਾਂ ਦੱਸਿਆ। ਜਦੋਂ ਮੈਂ ਮਰਿਆ ਸਾਂ ਤੇ ਬੁਲਟ ਮੋਟਰਸਾਈਕਲ ਤੇ ਮੈਂ ਪਿੱਛੇ ਬੈਠਾ ਸਾਂ, ਮੇਰਾ ਬੱਚਾ ਮੋਟਰਸਾਈਕਲ ਚਲਾ ਰਿਹਾ ਸੀ, ਐਕਸੀਡੈਂਟ ਹੋਇਆ, ਮੈਂ ਮਰ ਗਿਆ, ਪਰ ਮੇਰਾ ਪੁੱਤਰ ਜਿਉਂਦਾ ਹੈ। ਸਮੱਸਿਆ ਖੜੀ ਹੋ ਗਈ ਪਰਿਵਾਰ ਲਈ ਬੜੀ ਜੀ, ਨਿਆਣਾ ਰੌਲਾ ਪਏ। ਅਖੀਰ ਤੇ ਉਸ ਪਿੰਡ 'ਚ ਗਏ। ਉਹਨਾਂ ਫਿਰ ਪੁੱਛਿਆ, ਉਹਨੇ ਜੋ ਦੱਸਿਆ ਸੀ ਮੇਰਾ ਡੇਰਾ, ਉੱਥੇ ਲੈ ਗਏ। ਉਹਨੇ ਦੱਸਿਆ ਇੱਥੇ ਮੇਰੀ ਬੈਠਕ ਸੀ। ਅਸਲ 'ਚ ਉਹਦਾ ਬੱਚਾ ਪਹਿਲਾਂ ਮਿਲਣ ਆਇਆ। ਉੱਥੇ ਧਨਿਆ ਦਿੱਤਾ ਵੀ ਇਸ ਤਰ੍ਹਾਂ ਬੱਚਾ, ਇੱਕ ਕੋਈ ਨਾਂ ਦੱਸ ਰਿਹਾ। ਉਹਨਾਂ ਕਿਹਾ ਵੀ ਸਾਡਾ ਬਜ਼ੁਰਗ ਸੀ ਜੈਮਲ ਸਿੰਘ। ਉਹਨੇ ਨਾਲ ਕਿਹਾ ਬਲਦ ਉਜਾਗਰ ਸਿੰਘ, ਬਲਦ ਬੋਲੇ ਉਰਦੂ ਵਾਲਾ, ਬਲਦ ਉਜਾਗਰ ਸਿੰਘ। ਉਹ ਫਿਰ ਬੱਚੇ ਨੂੰ ਜਦੋਂ ਮਿਲਣ ਆਏ, ਉਹੀ ਮੁੰਡਾ ਆਇਆ ਜਿਹਦਾ ਐਕਸੀਡੈਂਟ ਹੋਇਆ ਸੀ, ਨਿੱਕਾ ਜਿਹਾ ਬੱਚਾ ਜੀ, 3-4 ਸਾਲ ਦਾ। ਇੱਕੋ ਦਮ ਦੌੜ ਕੇ ਉਹਦੇ ਕੁੱਛੜ ਚੜ ਗਿਆ, ਅੱਖਾਂ ਭਰ ਕੇ ਕਹਿੰਦਾ ਤੈਨੂੰ ਸੱਟਾਂ ਤੇ ਨਹੀਂ ਜਾਂਦੀਆਂ ਵੱਜੀਆਂ ਸਨ? ਬੇਟੀਆਂ ਦੇ ਕੁੱਛੜ ਚੜਦਾ, ਨੂੰਹਾਂ ਦੇ ਕੁੱਛੜ ਨਹੀਂ। ਮੇਰੇ ਮਨ ਸੀ। ਫਿਰ ਮੈਨੂੰ ਮਿਲਿਆ ਜੀ, ਉਹ ਜਦੋਂ ਬੋਲਦਾ, ਮੈਂ ਉਹਨੂੰ ਇੱਕ ਸਵਾਲ ਕੀਤਾ,
ਵੀ ਜਦੋਂ ਤੂੰ ਐਕਸੀਡੈਂਟ ਹੋਇਆ ਹੁਣ ਉਹ ਭੁੱਲਣ ਲੱਗ ਪਿਆ, ਜਿਉਂ-ਜਿਉਂ ਬਾਹਰ ਮੁਖੀ ਹੋਇਆ। ਉਸ ਤੋਂ ਬਾਅਦ ਕੀ ਹੋਇਆ? ਇਹ ਤਾਂ ਪਤਾ ਵੀ ਮੈਂ ਮਰਿਆ, ਪਰ ਮਰਨ ਤੋਂ ਬਾਅਦ ਕੀ ਹੋਇਆ ਉਹ ਕਹਿੰਦਾ ਇਸ ਬਾਰੇ ਕੋਈ ਪਤਾ ਨਹੀਂ ਕੀ ਹੋਇਆ ਤੇ ਕਿਵੇਂ ਮੈਂ ਇੱਥੇ ਆਇਆ। ਕਹਿੰਦਾ ਹਾਂ ਮੈਨੂੰ ਇੰਨਾ ਪਤਾ ਹੈ ਮਰਨ ਤੋਂ ਪਹਿਲਾਂ ਕੀ ਸੀ। ਹੁਣ ਉਹ ਸਾਡੇ ਸਾਹਮਣੇ ਪ੍ਰਮਾਣ ਹੈ ਜੀ, ਉਹ ਆਪਣੀ ਸਾਰੀ ਨਿਸ਼ਾਨਦੇਹੀ ਦਿੰਦਾ ਘਰ ਦੀ। ਮੈਂ ਇਸ ਕਰਕੇ ਤੁਹਾਨੂੰ ਬੇਨਤੀ ਕਰਾਂਗਾ, ਇਹ ਜੇ ਸਰੀਰ ਮਿਲਿਆ ਐਵੇਂ ਗੱਲਾਂ ਪਿੱਛੇ ਲੱਗ ਕੇ ਨਾ ਕਿਹਾ ਜੀ ਆਹ ਬਾਣੀ ਪੜ੍ਹਨ ਦਾ ਕੀ ਫਾਇਦਾ ਜੀ, ਇਹਦਾ ਤੇ ਕੋਈ ਫਾਇਦਾ ਹੀ ਕੋਈ ਨਹੀਂ, ਇਹ ਅੱਗੇ ਥੋੜਾ ਕੋਈ ਜਾਣਾ ਹੈ ਤਾਂ ਡਰਾਉਣ ਵਾਸਤੇ ਵੀ। ਜੇ ਅੱਗੇ ਕੁਝ ਨਹੀਂ ਜਾਣਾ ਤੇ ਫਿਰ ਬੰਦਾ ਸੁਸਾਇਟੀ ਵਿੱਚ ਉਂਝ ਹੀ ਸ਼ਰੀਫਾਂ ਦੀ ਤਰ੍ਹਾਂ ਜ਼ਿੰਦਗੀ ਜੀ ਰਿਹਾ, ਸਿਮਰਨ ਦੀ ਕੀ ਲੋੜ ਹੈ? ਇਹਦਾ ਮਤਲਬ ਸਿਮਰਨ ਸਾਨੂੰ ਕਿਤੇ ਅੱਗੇ ਲੈ ਕੇ ਜਾਂਦਾ। ਇਸੇ ਕਰਕੇ ਬਾਬਾ ਜੀ ਨੇ ਤੇ ਕਿਹਾ ਭਲੇ ਸਿੱਖੋ ਅੱਜ ਦੇ ਨਹੀਂ ਅਸੀਂ ਚੱਲੇ, ਕਤ ਕੀ ਮਾਈ ਬਾਪ ਕਤ ਕੇਰਾ ਕਿਤੋਂ ਥਾਉ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ। ਅਸੀਂ ਕਦੋਂ ਦੇ ਚੱਲੇ ਹੋਏ ਹਾਂ ਕੋਈ ਸਮਝ ਨਹੀਂ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ। ਉਹਦੇ ਵਿੱਚ ਮਹਾਰਾਜ ਖੀਰ ਤੇ ਕਹਿੰਦੇ ਆ ਚਿਰੰਕਾਲ ਕੇ ਦੇ ਸੰਜਰੀਆ, ਆਹੀ ਮੌਕਾ ਹੈ ਮਿਲ ਜਗਦੀਸ਼ ਮਿਲਣ ਕੀ ਬਰੀਆ। ਇਸ ਵਿੱਚ ਪਿਛਲੇ ਜਨਮਾਂ ਜਦੋਂ ਅਹਿਸਾਸ ਹੁੰਦਾ ਹੈ ਫਿਰ ਜੀਵ ਕਹਿੰਦਾ ਮਾਲਕ ਜੀ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ। ਪਰ ਇਹ ਸ਼ਬਦ ਬਿਰਹਾ ਦੇ ਨੇ ਕਿ ਕਈ ਜਨਮਾਂ ਦਾ ਵਿਛੜਿਆ ਤਾਂ ਹੁਣ ਮੇਰੇ ਸੱਜਣ ਪਰਮਾਤਮਾ ਨਾਲ ਮੇਲ ਦਿਓ। ਨਾਲ ਸ਼ਬਦ ਵਰਤਿਆ ਜੋ ਚੀ ਹਰ ਦੇ ਵਿਛੜੇ ਸੇ ਸੁਖ ਨਾ ਵਸਣ ਭੈਣ। ਮਹਾਰਾਜ ਕਿੰਨੇ ਖੇ ਭੈਣੇ ਜਿਹੜੇ ਪਰਮਾਤਮਾ ਤੋਂ ਵਿਛੜ ਜਾਂਦੇ ਆ ਉਹ ਸੁੱਖ ਨਾਲ ਨਹੀਂ ਵਸਦੇ। ਸੱਚੀ ਮੁੱਚੀ ਵਿਛੋੜਾ ਸੁੱਖ ਨਾਲ ਵਸਣ ਨਹੀਂ ਦਿੰਦਾ। ਵਿਛੋੜਾ ਸ਼ਬਦ ਹੀ ਇੱਕ ਐਸਾ ਹੈ ਜਿੱਥੇ ਆ ਪੈਂਦਾ ਹੈ ਸੱਚ ਵੀ ਉੱਥੇ ਦੁੱਖ ਨੂੰ ਜਨਮ ਦਿੰਦਾ ਹੈ। ਤੇ ਮੈਂ ਇੱਕ ਵਾਰ ਅਰਜ਼ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ 4 ਦੁੱਖ ਮੇਨ ਮੰਨੇ ਆ ਉਸ ਵਿੱਚੋਂ ਸਭ ਤੋਂ ਪਹਿਲਾ ਦੁੱਖ ਗੁਰਦੇਵ ਨੇ ਵਿਛੋੜਾ ਮੰਨਿਆ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸ਼ਕਤਵਾਰ ਜਮਦੂਤ। ਕੱਲਾ ਮਾਨਵੀ ਆਤਮਾ ਦਾ ਵਿਛੋੜਾ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜਿਹੜੀ ਵੀ ਚੀਜ਼ ਆਪਣੇ ਮਰਕਜ਼ ਤੋਂ ਦੂਰ ਹੋ ਜਾਏਗੀ ਸੱਚ ਇਹ ਹਰ ਚੀਜ਼ ਦਾ ਵਿਛੋੜਾ ਹੀ ਉਹਦੀ ਤਬਾਹੀ ਬਣ ਜਾਂਦਾ। ਤਾਂ ਹੀ ਤਾਂ ਅਸੀਂ ਜਦੋਂ ਦੇਖਦੇ ਹਾਂ ਬਾਣੀ ਵਿੱਚ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ 'ਚ ਇਹ 2 ਬਚਨ ਅਸੀਂ ਲੈ ਲੈਂਦੇ ਹਾਂ। ਕਈ ਵਾਰੀ ਲਿਆ ਸੰਖ ਵੱਜਦਾ ਹੈ ਜੀ, ਸਵੇਰੇ ਸੰਖ ਪੂਰਿਆ ਜਾਂਦਾ, ਸੰਧਿਆ ਨੂੰ ਹੀ ਪੂਰਦੇ। ਤੇ ਮੈਂ ਕਿਤੇ ਨੇ ਕਿਹਾ ਕਿ ਕਬੀਰ ਸਾਹਿਬ ਨੇ ਉਸ ਸੰਖ ਦੀ ਆਵਾਜ਼ ਨੂੰ ਸੁਣਿਆ ਤੇ ਉਹਨਾਂ ਕਿਹਾ ਵੀ ਇੰਨੀ ਉੱਚੀ ਆਵਾਜ਼, ਗਰਜਵੀਂ ਆਵਾਜ਼। ਤੇ ਸੰਖ ਅਸਲ 'ਚ ਕਹਿੰਦੇ ਨੇ ਆਤਮਦਰਸ਼ੀ ਮਹਾਂਪੁਰ ਕਹਿ ਰਹੇ ਨੇ ਕਬੀਰ ਜੀ ਕਿ ਸੰਖ ਖੁਸ਼ ਨਹੀਂ, ਭਾਵੇਂ ਪੁਜਾਰੀ ਮੰਦਿਰ ਵਿੱਚ ਰੱਖਦਾ ਪਰ ਉਹ ਉੱਚੀ ਆਵਾਜ਼ ਵਿੱਚ ਢਾਹਾਂ ਮਾਰਦਾ। ਪਿੰਡ ਦੇ ਲੋਕਾਂ ਨੂੰ ਆਵਾਜ਼ ਸੁਣਾਉਣ ਦੀ ਥਾਂ ਉਹ ਸਮੁੰਦਰ ਤੱਕ ਆਪਣੀ ਆਵਾਜ਼ ਪਹੁੰਚਾਣੀ ਚਾਹੁੰਦਾ ਹੈ। ਆਪਣੇ ਵਰਗੇ ਸੰਖਾਂ ਨੂੰ ਕਹਿੰਦਾ ਕਿ ਖਾਰਾ ਹੈ ਪਰ ਵਿਛੜਿਓ ਨਾ, ਜੇ ਇਹਦੇ ਤੋਂ ਵਿਛੜ ਗਏ ਮੇਰੀ ਤਰ੍ਹਾਂ ਸਵੇਰੇ ਢਾਹਾਂ ਮਾਰਨੀਆਂ ਪੈਣਗੀਆਂ। ਵਿਛੋੜਾ ਦੁੱਖ ਹੈ। ਮਹਾਰਾਜ ਦੇ ਸ਼ਬਦ ਨੇ ਕਬੀਰ ਰਹਿ ਨਾਇਰ ਵਿਛੋਰਿਆ, ਰਹਿ ਨਾਇਰ ਦਾ ਇੱਥੇ ਰਤਨਾ ਦੀ ਖਾਨ ਸਮੁੰਦਰ। ਕਬੀਰ ਰਹਿ ਨਾਇਰ ਵਿਛੋਰਿਆ ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਤਾਹੜੀ ਦੇਸੈ ਉਗਵਤ ਸੂਰ। ਜਦੋਂ ਸੂਰਜ ਨਿਕਲਿਆ ਤੈਨੂੰ ਢਾਹਾਂ ਮਾਰ ਕੇ ਰੋਣਾ ਪਏਗਾ। ਸੰਖ ਵੀ ਸਮੁੰਦਰ ਤੋਂ ਵਿਛੜ ਜਾਏ ਉਹਦੇ ਪੱਲੇ ਰੋਣਾ ਪੈਂਦਾ ਹੈ। ਮਹਾਰਾਜ ਨੇ ਦੂਸਰਾ ਬਚਨ ਕੀਤਾ ਗੁਰੂ ਗ੍ਰੰਥ ਸਾਹਿਬ 'ਚ। ਇਹ ਵੀ ਚਲੋ ਇੱਥੇ ਉਦਾਹਰਨ ਨਹੀਂ ਮੇਰਾ ਖਿਆਲ ਮਿਲੇਗੀ ਕਿਤੇ ਅਮਰੀਕਾ 'ਚ, ਸ਼ਾਇਦ ਕਿਤੇ ਮਾਰੂਥਲ 'ਚ ਹੋਵੇ ਅੱਕ ਦਾ ਪੇਟਾ, ਪਰ ਨਹੀਂ ਇੱਥੇ ਨਹੀਂ ਕਦੀ ਆਪਾਂ ਦੇਖਿਆ। ਹੁਣ ਅੱਕ ਜਿੰਨੀ ਗਰਮੀ ਜ਼ਿਆਦਾ ਪੈਂਦੀ ਏ ਅੱਕ ਓਨਾ ਪਲਰਦਾ ਹੈ ਤੇ ਜਿੰਨਾ ਸੌਣ ਵਸਦਾ ਓਨਾ ਸੜਦਾ ਹੈ। ਇਹਨੂੰ ਮਨਮੁਖ ਨਾਲ ਵੀ ਤੁਲਨਾ ਦਿੱਤੀ ਨਾ ਭਾਈ ਸਾਹਿਬ ਨੇ। ਕਹਿੰਦੇ ਜਿੰਨੀ ਵਾਸ਼ਨਾ ਦੀ ਤਪਸ਼ ਪੈਂਦੀ ਹੈ ਮਨਮੁਖ ਖੇੜੇ ਵਿੱਚ ਆਉਂਦਾ ਹੈ, ਜਦੋਂ ਨਾਮ ਦੇ ਛੱਟੇ ਪੈਂਦੇ ਨੇ ਅੰਦਰ ਝੁਲਸ ਜਾਂਦਾ ਹੈ। ਉੱਥੇ ਕਹਿੰਦੇ ਜਦੋਂ ਉਹਦਾ ਪੇਡਾ ਅੱਗ ਦਾ ਉਹਦਾ ਫਲ ਟੁੱਟਦਾ ਹੈ ਇੰਝ ਲੱਗਦਾ ਜਿਵੇਂ ਅੰਬ ਹੈ, ਪਰ ਜਦੋਂ ਟੁੱਟਦਾ ਹੈ ਉਹਦੇ ਉੱਪਰ ਵਾਲਾ ਛਿਲਕਾ ਪਾਟਦਾ, ਵਿੱਚੋਂ ਨਿੱਕੇ ਨਿੱਕੇ ਤੂੰਬੇ ਨਿਕਲਦੇ ਆ ਰੂੰ ਦੇ। ਇੱਕ ਫਲ ਵਿੱਚੋਂ ਪਤਾ ਨਹੀਂ ਕਿੰਨੇ ਕੁ ਨਿਕਲ ਜਾਂਦੇ ਆ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਵੀ ਵਿਛੋੜੇ ਕਰਕੇ ਵਿਚਾਰੇ ਭਟਕਦੇ ਪਏ ਆ। ਇੱਥੇ ਮਹਾਰਾਜ ਜੀ ਨੇ ਸ਼ਬਦ ਵਰਤੇ ਖੱਖੜੀਆਂ ਸੁਹਾਵੀਆਂ, ਜਨਮ ਜਨਮ ਕਾ ਵਿਛੜਿਆ ਹਰ ਸੱਜਣ ਮੇਲੋ ਸੈਣ।
जो जी खर ते विछड़े से सुख ना वसन पै। भावें उदाहरणे बाहर दिखे, खखड़ियां सुहावियां लगड़ियां अग कंठ, बिरह विछोड़ा धनी सो नानक सह सह गंठ। हजारां उन्हां दियां निक्कियां निक्कियां तूंबे जे बन गए जिहड़े सचमुच अपने उस नालों विछड़ गए। हजूर ने फिर इत्थे तरला मारिया एक, हर पिर बिन चैन ना पाइए। परमात्मा पति तो बिना अंदर नूं चैन नहीं, अंदर नूं सुख नहीं। खोज डिठे सब गैन। महाराज कहते मैं आकाश भी सारी स्पेस जो कुछ कहे उन्होंने खोज के देख लिया, परमात्मा तो बिना चैन कोई नहीं मिलता पाया। आप कमाने विछड़ी दोष ना का होंदे, इस नूं बेनती आप कमाने दरते मैं अपनी कम्मा करके तेरे तो विछड़ गई, मैं अपनी होंद कायम कर ली। दोष ना कहूं देन, मैं किसे नूं दोष क्यों दियां, क्योंकि मेरा अपना ही दोष है। इस नूं सुनियो बेनती, जदों बिरहा दे विच अंदर वाला पुकारदा है ते उस विच कदी वो शब्द नहीं वरदा परमात्मा तेरा दोष। सब तो पहला वो अपना दोष मनने लग दिंदा, परमात्मा जी तेरा दोष कोई नहीं, असी अपने कर्म करके तेरे तो विछड़ गए हाँ, हुण किरपा कर, सानू कर्मा ने नहीं मिला सकना, तेरी किरपा ने मना सकना। इस बेनती कि अपने करके इस विछड़े, जिवें कतिक कर्म कमावणे दोष ना काहूं जोग, परमेश्वर ते भुलिया व्यापन सबेरो। ਜਾਂ 12 ਮਾਹ ਦੇ ਅੰਦਰ ਮਹਾਰਾਜ ਨੇ ਪਹਿਲੇ ਪਦ 'ਚ ਹੀ ਕਿਹਾ ਕਿਰਤ ਕਰਮ ਕੇ ਵਿਛੜੇ। ਅਸੀਂ ਆਪਣੇ ਕਰਮਾਂ ਕਰਕੇ ਵਿਛੜ ਗਏ। ਸਭ ਤੋਂ ਪਹਿਲਾਂ ਆਪਣੇ ਉੱਤੇ ਦੋਸ਼ ਲੈ ਲਿਆ ਵੀ ਮੈਂ ਆਪਣੇ ਕਰਮਾਂ ਕਰਕੇ ਵਿਛੜਿਆ, ਤੂੰ ਤਾਂ ਨਹੀਂ ਵਿਛੋੜਿਆ। ਹਾਲਾਂ ਮੈਂ ਬੇਨਤੀ 'ਚ ਕਿਹਾ ਹੁਕਮ ਵਿੱਚ ਹੀ ਸਾਰੀ ਖੇਡ ਵਾਪਰੀ। ਪਰ ਇੱਥੇ ਜਗਿਆਸੂ ਜਿਹੜਾ ਹੈ ਉਹ ਤਰਲੇ ਮਾਰਦਾ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, चार कुंट दै दिश भ्रमे थक आए प्रभ की शाम, तेन दुदै ते बाहरी किता ना आवे काम, जल बिन साग को मिलावती उपजै नाही दाम, हर नाह ना मिलिए साजनै कत पाइए विश्राम, सर्ब सिंगार तंबोर रस सन देई सब खाम, प्रभ स्वामी कंत भी पूनिया मीत सजन सब जाम, नानक की बेनंतिया कर किरपा दीजै नाम, हर मेलो स्वामी संग प्रभ जिसका निश्चल ताम। थोड़े जे दे अर्थ देखियो, ये 12 माह का पहला पदा है। महाराज कहने अपने कर्मा करके तेरे तो विछड़ गए हैं ते साडी हालत वो हो गई उस गां की तरह जिहड़ी दुध नहीं दिंदी किसे काम नहीं आउंदी पई। साडी हालत उस फसल की तरह बेल की तरह पेड़े की तरह हो गई कि जिहड़ी पानी तो बिना फलों में रस नहीं भरिंदा पिया। सारे दुनिया के सुख कोल ने, शिंगार कोल ने, पर सच एवे शहर भी बलदे हुए भट्ट दिसदे ने, पाए हुए शरीर उत्ते गहने कपड़े भी अग दियां लपटां दिसदियां ने। एक किरपा कर तू मेहर करके अपना नाम दे दे, तेरे नाम तो बिना तेरा धाम कोई नहीं लभना। मैं बेनती करांगा पछतावा सच्ची एवे कि जिउंदे जी ये पछतावा कि परमात्मा असी अपने करके विछड़ गए, तेरा कोई दोष नहीं, सचमुच तेरा कोई कसूर नहीं। जदों पछतावा किते अंदर आ जाए, मैनूं याद है कि बड़े प्यारे बचन ने गुरु ग्रंथ साहिब विच भी कि असल च जदों पछतावे का अथरू किते भी निकलता है कि परमात्मा सच्ची मुच्ची मैं गुनाहगार हाँ, अपने कर्म करतूत करके मैं विछड़ गया। गुरमुखो वो पछतावे का अथरू रब दे घर दे दरवाजे नूं धो देंदा। इकबाल ने एक गल बड़ी प्यारी कही सी, मैं क्या भी वो कहता फिर शाने करीमी के हौसले देखे, गुनाहगार जो कह दे के गुनाहगार हूं मैं। शाने करीमी का अर्थ है परमात्मा। फिर शाने करीमी के हौसले देखे, गुनाहगार जो कह दे के गुनाहगार हूं मैं। तड़प के शाने करीमी ने ले लिया बोसा, कहा सर को झुका करके गुनाहगार हूं मैं। सचमुच जेड़े हाथ जोड़े सन कि परमात्मा मैं अपने मेरे दोष ने मेरे कर्म ने, कहते परमात्मा ने उन्हां हत्थां नूं अपने मुंह नाल चुमना शुरू कर दिता जेड़े पछतावे दे हाथ जोड़े सन। फिर शाने करीमी के हौसले देखे, गुनाहगार जो कह दे गुनाहगार हूं मैं। तड़प के शाने करीमी ने ले लिया बोसा,
कहा सर को झुका करके गुनाहगार हूं मैं। अगले वचन ने मोती समझ कर चुन लिए शाने करीमी ने, मोती समझ कर चुन लिए शाने करीमी ने। कतरे जो थे मेरे अरके इनफाल के, मेरे जुड़े हुए हत्थां नूं चुम्मन लग पिया ते मेरियां अखां चों जिहड़ा पानी निकल लगा, इक्को दम कहंदा ये अखां दा पानी धरती ते ना डिगण देई, मुद्दत बाद किसे अंदरों निकलदा है, ये पानी नहीं तेरे पछतावे दे कीमती मोती ने। रब ने अपने हत्थां 'च रख लिया। मैं बेनती करांगा कि विछोड़े लई सब तो पहला गुरु अर्जुन देव इत्थे कमाल कर दित्ती, तां मैं ये कल नहीं सरत कीते कि विछोड़े दा सारा दोष अपने ते लै लिया। सब अवगुण मैं गुण नहीं कोई, क्यों कर कंत मिलावा होई, ना मैं रूप ना बंके नैना, ना कुल ढंग ना मीठे बैना। अपना गुना मनिया कि आप कमाने विछड़ी, मैं अपने कर्मा करके विछड़ गया। मैं बेनती करा कि महाराज इत्ते शब्द वरते आ, सारी धरती नूं वेखिया पर उस तो बिना चैन नहीं, अपने कर्मा ने सानू विछोड़ दिता है। यही गल दास ने एक बार मुक्तसर टुट्टी गंढी स्थान ते कथा करदे, कुदरती तौर ते शाम नूं वेला सी उत्थे कथा दे। मैं बेनती की ये वही थां जिथे भाई मान सिंह नूं गुरु गोबिंद सिंह जी ने अपनी गोद विच लिया सी। असी सारे इतिहास सुनाने जी, हर साल सुनाने कि महाराज आनंदपुर साहिब तो निकले, चमकौर च गए, सरहंद छोटे लाल शहीद होए, सारे सुनाने कि महाराज जी ने पुत्रां दी शहादत सुन के अखां च पानी नहीं भरिया, पर इतिहासकार कहंदे ने कि जदों भाई मान सिंह जी नूं गोद विच लिया, गुरु गोबिंद सिंह दे नेत्रां विच नीर सी। ये सारी असीं कहने पुत्रां कोल नहीं सी, पर उदों अखां च नीर सी। ते महाराज जी ने अपने रुमाल नाल उहनां दा मुख साफ किया, पानी दियां बूंदां मूँह च पाईयां ते यही शब्द कह सन, मां सिंह जी दे नेत्र खुले ते कहो ने कुछ मंग, कुछ मंग। उत्थे शब्द गुरमुख प्यारे पूरन सिंह लिखते आ कि जुड़े हुए हथ, कंबदे हुए बुल, वो आवाज गले चों नहीं सी, वो सचमुच धुर अंतर आत्मे तो आवाज सी। उस आवाज ने क्या दाता नलायक पुत्र सा सानू अज बख्श दे। असी नलायकी कर गए, असी भुल गए। उत्थे शब्द वरत्या तू जो मंगेगा, जो कुछ मंगेगा, कहते बस एक किरपा करो, मैं सवार छड़ जाने ने। महाराज फिर कहंदा कुछ मंग, कहंदा की मंगा, जदा अंतला समा कलगीधर दी झोली विच होवे ने, होर की मंगना है। असी मरण तो बाद मंगने, गुरु जी चरना च थां दई, मैं तां सवास छड्डण लगा, तुसी अपनी झोली च थां दित्ती। ते कई बारी मैं बेनती करना हुन्ना, कदी भी कुछ स्टेज ते बोले भाई मां साहिब जी, कदी भी रागी भाई प्रचारक ढाडी कोई भी शब्दावली अपमानजनक ना वरत्यो। क्यों? चले गए सन, वापस आ गए, पर उत्थे महाराज जी ने देखो पुत्रां दी लाश को लंघे, बाबा अजीत सिंह दा संस्कार किया, बाबा जुझार सिंह जी दा किया, पुत्रां दी लाश को लंघे। पर मां सिंह कितना खुशकिस्मत है जिदा अंतला सवास गुरु गोबिंद सिंह दी झोली च निकल रहा है। पर कहंदा दाता हुण की मंगा, बिना मंगण तो झोली दे दिती। एक किरपा करो, जिस कागज उत्ते लिखे है तू साडा गुरु नहीं, असी तेरे सिख नहीं, मरण तो पहला उस कागज के टुकड़े टुकड़े कर दे। मान लिया ना भी असी गलती की, ये टुकड़े टुकड़े कर दो। उत्थे मैं एक बारी बेनती की सी, भावें किसी इतिहासकार ने लिखिया, पर एक बड़ी पवित्र आत्मा अनुभवी गुरमुख कहते सन, महाराज ने अखां चों पानी निकल आया, भाई मान सिंह दे मत्थे ते डिग्गियां वो गर्म पानी दे आंसू, ते महाराज जी ने सीने नाल ला के टुट्टी कदों सी? कहंदे महाराज टुट्टी सी जी। सतगुरु कहंदे टुट्टी नहीं, कागज का टुकड़ा दिखा के कहंदे आ लिखो, दस्तखत तुहाडे ने पर मेरे दस्तखत नहीं है। तुहाडे बंदे लिख के गए, तू साडा गुरु नहीं, असी तेरे सिख नहीं। मैं ते थल्ले इबारत नहीं पाई कि तुसी मेरे सिख नहीं, मैं तुहाडा गुरु नहीं,
ਟੁੱਟਦੀ ਉਦੋਂ ਵੇ ਜਦੋਂ ਦਵੱਲੀ ਲਿਖਿਆ ਜਾਂਦਾ ਹੈ। ਮੈਂ ਤਾਂ ਲਿਖੀ ਨਹੀਂ, ਮੈਨੂੰ ਪਤਾ ਸੀ ਤੁਸੀਂ ਮੇਰੇ ਵਾਪਸ ਜ਼ਰੂਰ ਆਓਗੇ। ਮੇਰੀ ਇੱਕ ਬੇਨਤੀ ਹੈ ਜੀ, ਆਪਣੇ ਕਰਮ, ਇਹ ਸਿਰਫ ਇੱਕ ਉਦਾਹਰਨ ਬਾਹਰ ਦੀ ਲਈਏ, ਉਦਾਹਰਨ ਤਾਂ ਇੱਥੇ ਜੀਵ ਆਤਮਾ ਦੀ ਹੈ ਕਿ ਅਸੀਂ ਆਪਣੇ ਕਰਮਾਂ ਕਰਕੇ ਤੇਰੇ ਤੋਂ ਵਿਛੜ ਗਏ ਹਾਂ, ਤੂੰ ਕਿਰਪਾ ਕਰ। ਮਹਾਰਾਜ ਸ਼ਬਦ ਵਰਤ ਰਿਹਾ, ਆਪ ਕਮਾਣੇ ਵਿਛੜੀ ਦੋਸ਼ ਨਾ ਕਾਹੂ ਦੇਣ। ਮੈਂ ਕਿਸੇ ਨੂੰ ਦੋਸ਼ ਕਿਉਂ ਦਿਆਂ। ਹੁਣ ਅੱਗੇ ਬਚਨੇ, ਕਰ ਕਿਰਪਾ ਪ੍ਰਭ ਰਾਖ ਲੇਵੋ। ਪਰਮਾਤਮਾ ਕਰਮ ਸਾਡੇ ਨੂੰ ਕਿਰਪਾ ਕਰਦੇ ਮਹਾਰਾਜ, ਹੋਰ ਨਾ ਹੀ ਕਰਨ ਕਰੇਣ। ਸ਼ਬਦ ਸੁਣਿਓ, ਹੁਣ ਮੈਂ ਕਿੱਥੇ ਜਾ ਕੇ ਤਰਲਾ ਮਾਰਾਂ, ਕੋਈ ਵੀ ਮੇਰੇ ਕੋਲ ਹੀਲਾ ਵਸੀਲਾ ਰਿਹਾ ਹੀ ਨਹੀਂ, ਨਾ ਹੀ ਕਰਨ ਕਰੇਣ। ਮੈਂ ਕੀ ਕਰ ਕਰਕੇ ਤੈਨੂੰ ਦੱਸਾਂ, ਤੂੰ ਕਿਰਪਾ ਕਰ, ਦੋਸ਼ ਸਾਡੇ 'ਚ ਸਾਨੂੰ ਬਖਸ਼ ਦੇ, ਕਿਰਪਾ ਕਰ। ਮੈਂ ਬੇਨਤੀ ਕਰਾਂ, ਫਿਰ ਇੱਕ ਤਰਲਾ ਹੈ, ਜਿਵੇਂ ਮਹਾਰਾਜ ਨੇ ਕਿਹਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਨ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਜਾਂ ਕਿਆ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ। ਡੁੱਬਦੇ ਪੱਥਰ ਤਾਰੇ, ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ, ਤੁਮ ਸੰਸਰ ਨਾਹੀ, ਦਇਆਲ ਮੋਏ ਸੰਸਰ ਪਾਪੀ। ਇਸ ਘਟਨਾ ਨੂੰ ਆ ਜਿਹੜੀ ਇੱਕ ਅਰਦਾਸ ਹੈ ਜੀ, ਅਸੀਂ ਵਿਛੜ ਗਏ, ਸਾਨੂੰ ਮੇਲ ਲੈ। ਇਹ ਗੁਰਮੁਖੋ ਸੱਚੀ ਮੁੱਚੀ ਲਫ਼ਜ਼ੀ ਨਹੀਂ, ਸਿਮਰਨ ਵਿੱਚ, ਬਾਣੀ ਵਿੱਚ। ਤੇ ਖਾਸ ਕਰਕੇ ਮੈਨੂੰ ਯਾਦ ਹੈ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ, ਉਹ ਬੜੇ ਉੱਚੀਆਂ ਆਤਮਾਵਾਂ ਸਨ, ਪਵਿੱਤਰ ਜੀਵਨ ਵਾਲੇ। ਉਹ ਤਾਂ ਇੱਥੋਂ ਤੱਕ ਕਹਿੰਦੇ ਸਨ, ਸਹਿਜ ਪਾਠ ਕਰਦਿਆਂ ਜਦੋਂ ਐਸਾ ਸ਼ਬਦ ਆ ਜਾਂਦਾ ਸੀ ਨਾ ਜੀ, ਤੇ ਉਹ ਕਿੰਨੇ ਕਿੰਨੇ ਘੰਟੇ ਸ਼ਬਦ ਦੀ ਤੁਕ ਨੂੰ ਲੈ ਕੇ ਬੋਲੀ ਜਾਂਦੇ ਸਨ। ਜੇ ਪੁੱਛਣਾ ਜੀ ਇਹ ਕਿਉਂ, ਕਹਿੰਦੇ ਸਨ, ਸਾਨੂੰ ਅਰਦਾਸ ਕਰਨ ਦਾ ਵੱਲ ਕੋਈ ਨਹੀਂ ਆਉਂਦਾ, ਸਾਡੇ ਕੋਲ ਸ਼ਬਦ ਕੋਈ ਨਹੀਂ। ਗੁਰੂ ਨੇ ਤਾਂ ਕੀਤੀ ਕਰਾਈ ਅਰਦਾਸ ਲਿਖ ਦਿੱਤੀ ਏ, ਅਸੀਂ ਗੁਰੂ ਦੀ ਅਰਦਾਸ ਰਾਹੀਂ ਆਪਣੇ ਅੰਦਰ ਦੀ ਵੇਦਨਾ ਦੱਸਣ ਲੱਗੇ। ਸ਼ਬਦ ਉਹ ਹੀ ਚੁਣਦੇ ਸਨ, ਤੁਕ ਉਹ ਹੀ ਲੈਣੀ। ਇੱਥੇ ਭਾਈ ਸਾਹਿਬ ਵੀਰ ਸਿੰਘ ਦਾ ਇੱਕ ਬਚਨ ਹੈ, ਚਲੋ ਉਹਨਾਂ ਦੀ ਰਚਨਾ ਮੈਂ ਹਰ ਵਾਰੀ, ਕਿਉਂਕਿ ਸਾਰੇ ਵਿਦਵਾਨਾਂ ਨੂੰ ਆਪਾਂ ਪੜ੍ਹਨੇ ਜਿੰਨੀ ਕੁ ਰੱਬ ਨੇ ਸੋਝੀ ਦਿੱਤੀ, ਪਰ ਉਹ ਇੱਕ ਐਸੇ ਵਿਦਵਾਨ ਨੇ ਗੁਰਮੁਖ, ਉਹ ਇਹ ਨਹੀਂ ਵੀ ਸਾਰੇ ਉਹਨਾਂ ਨੂੰ ਚੰਗਾ ਸਮਝਦੇ ਆ, ਨਹੀਂ ਸਮਝਦੇ, ਨਿੰਦਿਆ ਵੀ ਉਹਨਾਂ ਦੀ ਬਹੁਤ ਹੁੰਦੀ, ਜਾਣ ਤੋਂ ਬਾਅਦ ਵੀ ਲੋਕੀ ਬਹੁਤ ਕੁਛ ਉਹਨਾਂ ਨੂੰ ਕਹਿੰਦੇ। ਪਰ ਇੱਕ ਮੈਂ ਬੇਨਤੀ ਕਰਨਾ ਹੁੰਦਾ ਕਿ ਭਾਈ ਸਾਹਿਬ ਜੀ ਦੀ ਕੋਈ ਰਚਨਾ ਕਿਤੋਂ ਵੀ ਤੁਸੀਂ ਖੋਲ ਕੇ, ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ, ਰਾਣਾ ਸੂਰਜ ਸਿੰਘ ਚਲੋ ਮਹਾਂਕਾਵ ਹੈ, ਬਾਬਾ ਨੋਦ ਸਿੰਘ ਜੀ, ਸੰਤ ਬਿਮਲਾ ਸਿੰਘ ਜੀ, ਪ੍ਰਸੰਗਲੀਆਂ ਜਾਂ ਪਿਆਰੇ ਜੀਓ, ਇਹ ਤਿਵਾੜੀ ਨੇ ਛਾਪੀ ਸੀ, ਪੰਜਾਬ ਯੂਨੀਵਰਸਿਟੀ ਨੇ। ਤੁਸੀਂ ਕੋਈ ਦੋ ਪੰਨੇ ਇਕਾਂਤ 'ਚ ਬੈਠ ਕੇ ਪੜ੍ਹ ਲਓ, ਤੁਹਾਡਾ ਦਿਲ ਕਰੇਗਾ ਹੁਣ ਕਿਤਾਬ ਬੰਦ ਕਰਕੇ ਆਪਾਂ ਸਿਮਰਨ ਕਰ ਲਈਏ। ਉਹਨਾਂ ਦੀ ਲਿਖਤ 'ਚ ਇਹ ਕੁਛ, ਉਹਨਾਂ ਦੀ ਇੱਕ ਅਰਦਾਸ ਹੈ, ਇਹਦੇ ਨਾਲ ਮਿਲਦੀ ਮੈਂ ਤਾਂ ਲਈ ਹੈ ਕਿ ਮਾਲਕ ਆਪ ਕਮਾਣੇ ਵਿਛੜੀ ਦੋਸ਼ ਨਾ ਕਾਹੂ ਦੇਣ, ਕਰ ਕਿਰਪਾ ਪ੍ਰਭ ਰਾਖ ਲਿਓ। ਹੋਰ ਨਾ ਹੀ ਕਰਨ ਕਰੇਣ, ਕੁਝ ਕਰਨ ਵਾਲਾ ਸਾਡੇ ਕੋਲ ਰਿਹਾ ਹੀ ਨਹੀਂ। ਆਹ ਕੀ ਨਹੀਂ ਸੀ, ਆਹ ਜਪ ਕਰ ਲਾਂਗੇ, ਤਪ ਕਰ ਲਾਂਗੇ, ਨਹੀਂ ਜੀ ਅਸੀਂ ਖੌਮੇ ਤੋੜ ਦਿਆਂਗੇ, ਤੈਨੂੰ ਮਿਲ ਪਾਂਗੇ, ਸਾਡੀ ਬਸ ਹੋ ਗਈ, ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ। ਹੁਣ ਨਾ ਹੀ ਕਰਨ ਕਰੇਣ, ਕੁਝ ਵੀ ਸਾਡੇ ਕੋਲ ਨਹੀਂ ਹੋਰ ਕਰਨ ਵਾਸਤੇ। ਉੱਥੇ ਮੈਂ ਇੱਕ ਅਰਦਾਸ ਕੀਤੀ, ਅੱਜ ਜਿਵੇਂ ਅਸੀਂ ਰੋਜ਼ ਮੰਗਲ ਕਰਨੇ ਆ, ਹਮ ਮੈਲੇ ਤੂੰ ਉਜਲ ਕਰਤੇ, ਉਸ ਵਿੱਚ ਉਹ ਕਹਿੰਦੇ, ਤੁਸਾਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ। ਇਹ ਇਸ ਕਵਿਤਾ ਦਾ ਨਾਮ ਹੈ ਖਿੱਚ। ਤੁਸਾਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ, ਇਹ ਤੇਰੇ ਘਰ ਦਾ ਬਣਾਏ ਹੋਏ ਇੱਕ ਨੇਮ ਹੈ, ਗ੍ਰੈਵਿਟੀ ਤੂੰ ਪੈਦਾ ਕੀਤੀ ਹੈ। ਵੱਡੇ ਛੋਟੇ ਨੂੰ ਆਪਣੇ ਵੱਲ ਖਿੱਚਦੇ ਨੇ। ਸੂਰਜ ਧਰਤੀ ਨੂੰ ਖਿੱਚਦਾ ਹੈ, ਧਰਤੀ ਸੂਰਜ ਦੀ ਪਰਿਕਰਮਾ ਕਰਦੀ ਏ। ਧਰਤੀ ਚੰਦਰਮਾ ਨੂੰ ਖਿੱਚਦੀ ਪਈ ਹੈ, ਚੰਦਰਮਾ ਧਰਤੀ ਦੀ ਪਰਿਕਰਮਾ ਕਰਦਾ ਹੈ। ਚੰਦਰਮਾ ਸਮੁੰਦਰ ਨੂੰ ਖਿੱਚਦਾ ਤੇ ਪੂਰਨਮਾਸ਼ੀ ਦੀ ਰਾਤ ਜਵਾਰ ਭਾਟਾ ਸਮੁੰਦਰ ਉਛਾਲਾ ਮਾਰਦਾ ਹੈ। ਤੂੰ ਵੱਡਿਆਂ ਨੂੰ ਛੋਟਿਆਂ ਵੱਲ ਖਿੱਚਣ ਦੀ ਇੱਕ ਖਿੱਚ ਪੈਦਾ ਕੀਤੀ। ਖਿੱਚ ਵੱਡੇ ਛੋਟੇ ਨੂੰ ਆਪਣੇ ਵੱਲ ਖਿੱਚਦੇ ਆ। ਮੇਰੇ ਵਰਗਾ ਨੀਚ ਕਰਮੀ ਨੀਚ ਕੋਈ ਨਹੀਂ, ਤੇਰੇ ਤੋਂ ਵੱਡਾ ਕੋਈ ਨਹੀਂ, ਮੇਰੇ ਕੋਲ ਕੁਝ ਨਹੀਂ ਰਹਿ ਗਿਆ। ਹੁਣ ਵੱਡਿਆ ਆਪਣੀ ਕਿਰਪਾ ਕਰਕੇ ਖਿੱਚ ਨਾਲ ਮੈਨੂੰ ਆਪਣੇ ਵੱਲ ਖਿੱਚ ਲੈ। ਦੇਖੋ ਸ਼ਬਦ ਹੈ, ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ,
ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ ਨੂੰ, ਚੰਦ ਮਾਰਦਾ ਖੇਚੂ ਛਾਲੇ ਸਾਗਰਾਂ, ਚੰਦ ਮਾਰਦਾ ਖੇਚੂ ਛਾਲੇ ਸਾਗਰਾਂ। ਰੱਖ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ, ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ, ਜੇ ਨਾ ਰੱਖੇ ਖਿੱਚ ਸਾਈਆਂ ਮੇਰਿਆ, ਹਾਏ ਗਵਾਚ ਜਾਸਾਂ ਮੈਂ ਬੰਨ ਤੇ ਬੈਠਿਆ। ਮੈਂ ਰੁਲ ਜਾਵਾਂਗਾ ਜੇ ਤੂੰ ਨਾ ਕਿਰਪਾ ਕੀਤੀ ਤਾਂ। ਮਹਾਰਾਜ ਸੱਚੇ ਪਾਤਸ਼ਾਹ ਤੇ ਕਹਿ ਰਿਹਾ ਕਿ ਪ੍ਰਮਾਤਮਾ ਕਰ ਕਿਰਪਾ ਪ੍ਰਭ ਰਾਖ ਲਿਓ, ਕਿਰਪਾ ਕਰਕੇ ਮੈਨੂੰ ਰੱਖ ਲੈ, ਹੋਰ ਨਾ ਹੀ ਕਰਨ ਕਰੇ ਮੈਂ ਕੀ ਕਰ ਸਕਦਾ। ਹੁਣ ਅਗਲੇ ਵਚਨ ਵੀ ਤੇਰਾ ਰੱਬ ਤੋਂ ਬਿਨਾ ਸਰਦਾ ਨਹੀਂ। ਮਹਾਰਾਜ ਕਹਿੰਦੇ ਨਹੀਂ, ਜੇ ਤੂੰ ਨਾ ਬਖਸ਼ਿਆ, ਤੂੰ ਨਾ ਮਿਲਾਇਆ, ਹਾਰ ਸੰਬੋਧਕੀ ਪਦਾ ਹੈ ਜੀ, ਗੇ ਖਰੀ ਗੇ ਪ੍ਰਮਾਤਮਾ, ਤੁਧ ਬਿਨ ਖਾਕੂ ਰੂਲਣਾ, ਤੇਰੇ ਤੋਂ ਬਿਨਾ ਮਿੱਟੀ ਹੋ ਜਾਵਾਂਗੇ, ਰੁਲ ਜਾਾਂਗੇ ਜੇ ਤੂੰ ਨਾ ਆਪਣੇ ਨਾਲ ਜੋੜਿਆ ਤਾਂ। ਹਰ ਤੁਧ ਬਿਨ ਖਾਕੂ ਰੂਲਣਾ, ਕਹੀਏ ਕਿੱਥੇ ਵੈਣ। ਹੁਣ ਯਾਦ ਰੱਖਿਓ ਇਹ ਵੈਣ ਅਰਥ ਬਦਲ ਗਏ। ਪਹਿਲਾਂ ਆਇਆ ਸੀ ਕਿ ਆਪ ਤਿਆਗ ਸ਼ਰਨੀ ਪਵਾਂ, ਮੁਖ ਬੋਲੀ ਮਿੱਠੜੇ ਵੈਣ। ਉਥੇ ਵੈਣ ਦਾ ਅਰਥ ਹੈ ਬਚਨ, ਇੱਥੇ ਵੈਣ ਦਾ ਅਰਥ ਹੈ ਤਰਲਾ, ਰੋਣਾ, ਜਿਹਨਾਂ ਆਪਾਂ ਕਹਿੰਦੇ ਵੈਣ ਪਾਉਂਦਾ ਪਿਆ। ਹਰ ਤੁਧ ਬਿਨ ਖਾਕੂ ਰੂਲਣਾ, ਪਰਮਾਤਮਾ ਤੇਰੇ ਤੋਂ ਬਿਨਾ ਮਿੱਟੀ ਵਿੱਚ ਰੁਲ ਕੇ ਮਿੱਟੀ ਹੋ ਜਾਵਾਂਗਾ। ਕਹੀਏ ਕਿੱਥੇ ਵੈਣ, ਮੈਂ ਕਿੱਥੇ ਜਾ ਕੇ ਅੰਦਰ ਦੇ ਵੈਣ ਪਾਵਾਂ, ਕਿੱਥੇ ਜਾ ਕੇ ਕੀਰਨੇ ਕਰਾਂ, ਕਿੱਥੇ ਜਾ ਕੇ ਮੈਂ ਅੰਦਰ ਦਾ ਰੋਣਾ ਰੋਵਾਂ, ਕਿਉਂਕਿ ਤੇਰੇ ਤੋਂ ਬਿਨਾ ਮੈਂ ਮਿੱਟੀ ਹਾਂ। ਇਹਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਬੰਦਾ ਮਿੱਟੀ ਮਿਲ ਗਿਆ, ਮਿੱਟੀ 'ਚ ਮਤਲਬ ਤੁੱਛ ਹੋ ਗਿਆ। ਹਾਲਾਂਕਿ ਗੁਰੂ ਗ੍ਰੰਥ ਸਾਹਿਬ 'ਚ ਕਈ ਥਾਂ ਤੇ ਕਿਹਾ ਹੈ ਵੀ ਤੁਸੀਂ ਖਾਕ ਬਣ ਜਾਓ ਰੱਬ ਨੂੰ ਜੇ ਪਾਣਾ ਹੈ ਤਾਂ। ਇੱਥੇ ਖਾਕੂ ਰੁਲਣਾ ਦਾ ਅਰਥ ਹੈ ਕੋਈ ਕੀਮਤ ਨਾ ਪੈਣੀ। ਉਂਝ ਤਾਂ ਬਾਣੀ ਚਾਹੁੰਦਾ ਮੋਕੋ ਕਰ ਸੰਤਨ ਕੀ ਧੂਰੇ, ਤੇਰੇ ਚਾਕਰਾਂ ਪਾ ਖਾਕ। ਇੱਥੇ ਖਾਕੂ ਦਾ ਅਰਥ ਕੁਛ ਕੀਮਤ ਨਾ ਪੈਣੀ, ਖਤਮ ਹੋ ਜਾਣਾ। ਮਹਾਰਾਜ ਕਹਿੰਦੇ ਹਰ ਤੁਧ ਬਿਨ ਖਾਕੂ ਰੁਲਣਾ, ਕਹੀਏ ਕਿੱਥੇ ਵੈਣ, ਕਿੱਥੇ ਜਾ ਕੇ ਇਹ ਤਰਲੇ ਮਾਰਾਂ। ਨਾਨਕ ਕੀ ਬੇਨੰਤੀ ਆ, ਹੇ ਪਾਰ ਬ੍ਰਹਮ ਪਰਮੇਸ਼ਵਰ ਜੀ ਮੇਰੀ ਬੇਨਤੀ ਹੈ, ਤੁਹਾਡੇ ਚਰਨਾਂ 'ਚ ਇੱਕ ਤਰਲਾ ਹੈ। ਨਾਨਕ ਕੀ ਬੇਨੰਤੀ ਆ, ਹਰ ਸੁਰਜਨ, ਸੁਰਜਨ ਦਰ ਤੇ ਚੰਗਾ ਮਿੱਤਰ ਸੱਜਣ, ਦੇਖਾਂ ਨੈਣ, ਮੈਂ ਆਪਣੀਆਂ ਅੱਖਾਂ ਨਾਲ ਆਪਣੇ ਪਿਆਰੇ ਮਹਿਬੂਬ ਦੇ ਦਰਸ਼ਨ ਕਰਾਂ। ਸਤਿਗੁਰੂ ਤੁਸੀਂ ਕਿਰਪਾ ਕਰ ਦਿਓ। ਇਹਦਾ ਮਤਲਬ ਦਿਨ ਰਹਿਣ ਦੇ ਪਹਿਲੇ ਪਦੇ ਵਿੱਚ ਸਤਿਗੁਰੂ ਨੂੰ ਸੇਵਣਾ, ਪਰਮਾਤਮਾ ਦਾ ਸਿਮਰਨ, ਆਪਣਾ ਆਪਾ ਤਿਆਗ ਦੇਣਾ, ਸ਼ਰਨ ਵਿੱਚ ਪੈ ਕੇ ਉਹਦੇ ਪ੍ਰਤੀ ਮਿੱਠੇ ਬੋਲ ਬੋਲਣੇ। ਤੇ ਮੈਂ ਇੰਜ ਕਹਾਂਗਾ, ਕੱਲ ਅਸੀਂ ਮਿੱਠੇ ਵੈਣ ਦਾ ਅਰਥ ਕੀਤਾ ਸੀ ਸਿਫਤ, ਤੇ ਆ ਵੀ ਜਿਹੜੇ ਸ਼ਬਦ ਅੱਗੇ ਕਹੇ ਸਾਰੀ ਮਿੱਠੜੇ ਵੈਣ ਨੇ ਕਿ ਪ੍ਰਮਾਤਮਾ ਜਨਮਾਂ ਜਨਮਾਂਤਰਾਂ ਦੇ ਵਿਛੜੇ ਖਾਂ, ਪਤੀ ਨਾਲ ਮਿਲਾ ਦਿਓ, ਤੇਰਾ ਵਿਛੋੜਾ ਕਦੀ ਸੁੱਖ ਨਾਲ ਬੰਦਾ ਜੀ ਨਹੀਂ ਸੁੱਕਦਾ, ਕਿਉਂਕਿ ਵਿਛੋੜਾ ਸੁਣੈ ਦੁੱਖ, ਵਿਣ ਡਿਠੇ ਮਰਿਓਦ, ਬਾਝ ਪਿਆਰੇ ਆਪਣੇ ਬਿਰਹੀ ਨਾ ਤੀਰੋਧ। ਤੇਰੇ ਵਿਛੋੜੇ 'ਚ ਸੱਚਮੁੱਚ ਖੁਆਰੀ ਹੈ, ਸਤਿਗੁਰੂ ਕਿਰਪਾ ਕਰੇ। ਕੱਲ ਨੂੰ ਅਸੀਂ ਜਿਹੜੇ ਇਹ ਇੱਕ ਇੱਕ ਪਦਾ ਹੈ ਇੱਕ ਇੱਕ ਦਿਨ 'ਚ ਕਰਦੇ ਜਾਵਾਂਗੇ, ਕਿਉਂਕਿ ਸ਼ਨੀਚਰਵਾਰ ਨੂੰ ਵੈਸਾਖੀ ਵਾਲਾ ਦਿਨ ਹੈ, ਖਾਲਸੇ ਜੀ ਦਾ ਸਿਰਜਣਾ ਦਿਵਸ ਹੈ। ਸਨਮਾਨਯੋਗ ਵੀਰ ਜੀ ਹੁਣੀ ਗੁਰਮੁਖ ਪਿਆਰੇ ਭਾਈ ਰਜਿੰਦਰ ਸਿੰਘ ਜੀ ਮੰਗਰ ਹਰ ਰੋਜ਼ 15 ਅਪ੍ਰੈਲ ਅੰਮ੍ਰਿਤ ਸੰਚਾਰ ਸੰਬੰਧੀ ਬੇਨਤੀ ਕਰਦੇ ਹਾਂ। ਸਤਿਗੁਰੂ ਨੇ, ਮੈਂ ਕਹਿੰਦਾ ਸੀ ਇੱਕ ਕਹਿੰਦੇ ਆ ਵੀ ਖਾਲਸਾ ਜੀ ਉਸ ਦਿਨ ਸਿਰਜਣਾ, ਤੇ ਦਾਸ ਬੇਨਤੀ ਕਰਦਾ ਹੈ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਦੀ ਝੋਲੀ 'ਚ ਉਹ ਦਾਤ ਪਾਈ ਜਿਹੜੀ 9ਵੇਂ ਜਾਮਿਆਂ ਤੱਕ ਕੇਵਲ ਨਿੱਜੀ ਸੀ। ਇਸ ਨੂੰ ਸੁਣੇ, ਚਲੋ ਅੰਮ੍ਰਿਤ ਦੀ ਦਾਤ ਦਿੱਤੀ, ਕੱਲੀ ਅੰਮ੍ਰਿਤ ਦੀ ਦਾਤ ਨਹੀਂ ਦਿੱਤੀ। ਉਸ ਤੋਂ ਪਹਿਲਾਂ ਠੀਕ ਹੈ ਮਸੰਦ ਨਾਮ ਦਿੰਦੇ ਸਨ ਜੀ, ਪੁਰਾਣੀ ਹਿਸਟਰੀ ਪੜ੍ਹੋ, ਮਸੰਦਾਂ ਦੇ ਮਿਲਦੇ ਆ ਕਈ ਥਾਵਾਂ ਤੇ, ਮੰਜੀਦਾਰ ਨਾਮ ਦਿੰਦੇ ਸਨ। ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਵੱਡੀ ਕਿਰਪਾ ਕੀਤੀ ਜੀ, ਉਹਨਾਂ ਨੇ ਖਾਲਸਾ ਜੀ ਸਾਜ ਕੇ ਖਾਲਸੇ ਵਿੱਚ ਆਪਣੀ ਜੁਗਤ ਟਿਕਾ ਦਿੱਤੀ। ਫਿਰ ਬੇਨਤੀ ਸੁਣੀ, ਚਲੋ ਭਾਵੇਂ ਜੁਗਤ ਆਪਣੀ ਟਿਕਾ ਦਿੱਤੀ, ਜੋਤ ਗੁਰੂ ਗ੍ਰੰਥ ਸਾਹਿਬ 'ਚ, ਤੇ ਜਿਹੜੀ ਗੁਰੂ ਦੀਖਿਆ ਅੱਗੇ ਕੇਵਲ ਇੱਕ ਸਰੀਰ ਦਿੰਦਾ ਸੀ, ਵੈਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਨੇ ਪੰਜਾਂ ਨੂੰ ਦੇ ਦਿੱਤੀ। ਪਰ ਪੰਜਾਂ ਦਾ ਮਤਲਬ ਇਹ ਨਹੀਂ ਸੀ ਕਿ ਕੱਲੇ ਇਹ ਹੀ ਪੰਜ ਨੇ, ਇਹਨਾਂ ਪੰਜਾਂ ਤੋਂ ਬਿਨਾ ਕੋਈ ਪੰਜ ਨਹੀਂ ਹੋ ਸਕਦੇ। ਉਹ ਪੰਜਾਂ ਦਾ ਇੰਨਾ ਵੱਡਾ ਵਿਰਾਟ ਰੂਪ ਬਣਾ ਦਿੱਤਾ, ਜਿੱਥੇ ਵੀ ਰਹਿਤਵਾਨ ਪੰਜ ਇਕੱਠੇ ਹੋਣਗੇ ਉੱਥੇ ਗੁਰੂ ਕਾ ਬਾਟਾ ਤਿਆਰ ਕਰ ਲੈ।
ਸਭ ਤੋਂ ਵੱਡੀ ਬਖਸ਼ਿਸ਼ ਵੈਸਾਖੀ ਵਾਲੇ ਦਿਨ ਜੀ ਇਹ ਹੋਈ ਹੈ। ਮੈਂ ਫਿਰ ਬੇਨਤੀ ਕਰਾਂਗਾ, ਕਿਸੇ ਧਰਮ 'ਚ ਹੈ ਇਸ ਤਰ੍ਹਾਂ? ਤਰਕ ਨਹੀਂ ਕਿਸੇ ਦੇ, ਕਿਸੇ ਧਰਮ 'ਚ ਖਿਮਾ ਕਰਿਓ, ਇਹ ਬਖਸ਼ਿਸ਼ ਏਡੀ ਵਰਗੀ ਕੀਤੀ। ਫਿਰ ਉਸ ਦਿਨ ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ ਉਹਨੇ ਆਪਾਂ ਵੇਖਾਂਗੇ। ਵੈਸਾਖੀ ਵਾਲੇ ਦਿਨ ਮੇਰੀ ਇੱਛਾ ਸੀ ਕਿ 12 ਮਾਹ ਤੁਖਾਰੀ ਵੀ ਤੇ 12 ਮਾਹ ਮਾਂਝ, ਇੱਕ ਦੀ ਸਵੇਰੇ ਇੱਕ ਦੀ ਸ਼ਾਮ, ਦੋਨਾਂ ਦੀ ਕਥਾ ਕਰਾਂ। ਵੈਸਾਖ ਭਲਾ ਸ਼ਾਖਾ ਵੇਸ਼ ਕਰੇ ਉਹਦੀ, ਤੇ ਦੂਸਰਾ ਵੈਸਾਖ ਧੀਰਨ ਕਿਉ ਵਾਢੀਆਂ। ਮਹਾਰਾਜ ਜੀ ਨੇ ਉਸ ਦਿਨ ਅੰਮ੍ਰਿਤ ਦੀ ਦਾਤ ਝੋਲੀ 'ਚ ਪਾਈ, ਖਾਲਸਾ ਜੀ ਨੂੰ ਇਹ ਬਖਸ਼ਿਸ਼ ਕਰਕੇ ਜੁਗਤ ਦੇ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਫਿਰ ਉਹਨਾਂ ਪੰਜਾਂ ਤੋਂ ਆਪ ਦਾਤ ਲਈ, ਪਰ ਇਹਨੂੰ ਕਦੀ ਵੀ ਜਨੇਊ ਨਾਲ, ਸੁਨਤ ਨਾਲ, ਬਿਪਤਸਮੇ ਨਾਲ ਤੁਲਨਾ ਨਹੀਂ ਦੇਣੀ। ਬੇਨਤੀ ਹੈ, ਮੈਂ ਈਰਖਾ 'ਚ ਨਹੀਂ ਕਹਿ ਰਿਹਾ, ਇਹ ਹੁਣ ਇਹ ਅਰਥ ਕਰਨੇ ਵੀ ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਅੰਮ੍ਰਿਤ ਦਿੱਤਾ ਜਿਵੇਂ ਹਿੰਦੂ ਜਨੇਊ ਪਾਉਂਦੇ ਆ, ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਦਿੱਤਾ ਜਿਵੇਂ ਸੁਨਤ ਕੀਤੀ ਜਾਂਦੀ। ਗੁਰੂ ਗੋਬਿੰਦ ਸਿੰਘ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਦੀ ਰੀਸ ਕਰਕੇ ਨਹੀਂ ਦਿੱਤਾ, ਕਿਸੇ ਦੀ ਰੀਸ ਦੀ ਨਕਲ ਨਹੀਂ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਨਿਆਰਾਪਨ ਕਾਇਮ ਕੀਤਾ। ਮੈਂ ਉਸ ਦਿਨ ਬੇਨਤੀ ਕੀਤੀ, ਬਾਟਾ ਸੋਨੇ ਦਾ ਨਹੀਂ ਲਿਆ, ਸਰਬ ਲੋਹੇ ਦਾ ਲਿਆ। ਦੁੱਧ ਨਹੀਂ ਲਿਆ ਗਾਵਾਂ ਦਾ, ਮੱਝਾਂ ਦਾ, ਸਤਲੁਜ ਦਾ ਪਾਣੀ ਲਿਆ। ਮਿੱਠਾ ਵਿੱਚ ਪਾਇਓ ਨੇ, ਹੱਥ 'ਚ ਖੰਡਾ ਪਕੜਿਓ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਬਾਟੇ ਦੇ ਪਾਣੀ ਉੱਤੇ ਆਪਣਾ ਪੂਰੇ ਦਾ ਪੂਰਾ ਨੇਤਰਾਂ ਦਾ ਤੇਜ, ਤੇ ਮਹਾਰਾਜ ਜੀ ਨੇ ਮੁਖ ਦੇ ਬੋਲ। ਇਹ ਕਿਹਾ ਜਾਂਦਾ, ਚਲੋ ਇਹ ਵੱਖਰੀ ਗੱਲ ਕਿ ਇਤਿਹਾਸਾਂ 'ਚੋਂ ਦੇਵੀ ਪ੍ਰਗਟ ਕਰਨ ਦਾ ਜ਼ਿਕਰ, ਪਰ ਉਂਝ ਸੱਚ ਇਹ ਕਿ ਗੁਰੂ ਸਾਹਿਬ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਕੁਝ ਮਹੀਨੇ ਇਕਾਂਤ ਵਿੱਚ ਰਹੇ। ਇਹ ਅਸੀਂ ਸਾਰੇ ਮੰਨਦੇ। ਚਲੋ ਕਈਆਂ ਕਹਿ ਦਿੱਤਾ ਜੀ ਚੰਡਕਾ ਪ੍ਰਗਟ ਕਰਨ ਵਾਸਤੇ। ਮੈਂ ਫਿਰ ਬੇਨਤੀ ਕਰਾਂਗਾ, ਹਿਸਟਰੀ 'ਚ ਹੈ ਗੱਲ, ਪਰ ਅਸਲ 'ਚ ਉਸ ਇਕਾਂਤ ਵਿੱਚ ਕੋਈ ਵੀ ਘਟਨਾ ਵਾਪਰਦੀ ਹੈ, ਕੋਈ ਮਹਾਂਪੁਰਖ ਜਦੋਂ ਕੋਈ ਸਮਾਂ ਇਕਾਂਤ, ਮੈਂ ਪਖੰਡੀ ਦੀ ਗੱਲ ਨਹੀਂ ਕਰਾਂਗਾ, ਉਹ 2 ਦਿਨ ਰਹੇ, 3 ਦਿਨ ਰਹੇ, ਮਹੀਨਾ ਰਹੇ, ਉਸ ਇਕਾਂਤ ਤੋਂ ਬਾਅਦ ਜੋ ਕੁਝ ਉਹ ਸਿਰਜਦਾ, ਦੁਨੀਆ ਰਹਿੰਦੀ ਦੁਨੀਆ ਤੱਕ ਉਹ ਨਮਸਕਾਰ ਕਰਦੀ ਹੈ। ਗੁਰੂ ਨਾਨਕ ਸਾਹਿਬ 3 ਦਿਨ ਰਹੇ ਜੀ। ਚਲੋ ਅੱਜ ਕੱਲ੍ਹ ਤੇ ਵਿਦਵਾਨ ਕਹਿਣ ਲੱਗ ਪਏ ਨਾ, ਬਾਬਾ ਜੀ ਪਰਲੇ ਪਾਸੇ ਚਲੇ ਗਏ, ਵਹੀਂ ਤੋਂ ਸੋਚਣ ਲੱਗ ਪਏ ਦੁਨੀਆ ਦਾ ਭਲਾ ਕਿਉਂ ਨਹੀਂ। ਉਹ 3 ਦਿਨਾਂ ਦੀ ਖਾਮੋਸ਼ੀ ਨੇ, ਉਹ 3 ਦਿਨਾਂ ਦੇ ਇਕਾਂਤ ਨੇ, ਉਸ ਸੱਚਖੰਡ ਦੀ ਪਰਵਾਜ਼ ਨੇ। ਗੁਰੂ ਨਾਨਕ ਸਾਹਿਬ ਨੇ ਉਹਨਾਂ 3 ਦਿਨਾਂ 'ਚ ਉਹ ਕੁਝ ਸਾਡੀ ਝੋਲੀ 'ਚ ਪਾ ਦਿੱਤਾ, ਸੱਚ ਵਿੱਚ ਜਿਹੜਾ ਕੋਈ ਵੀ ਪੀਰ ਪੈਗੰਬਰ ਅਜ ਤੱਕ ਲੈ ਕੇ ਨਹੀਂ ਆਇਆ। ਬਾਬਾ ਪਹਿਦਾ ਸੱਚਖੰਡ, ਨੌਨਿਤ ਨਾਮ ਗਰੀਬੀ ਪਾਈ। ਗੁਰੂ ਅੰਗਦ ਦੇਵ ਇਕਾਂਤ ਰਹੇ ਜੀ ਕਿੰਨਾ ਸਮਾਂ। ਮੈਂ ਇਸ ਕਰਕੇ ਬੇਨਤੀ ਕਰਾਂਗੇ, ਇਕਾਂਤ ਦਾ ਅਰਥ ਪਰਪੰਚੀਆਂ ਨਹੀਂ ਜੋੜਨਾ। ਇਕੱਲ ਵਿੱਚ ਤੇ ਇਕਾਂਤ ਵਿੱਚ ਫਰਕ ਹੈ। ਇਕੱਲਾ ਤਾਂ ਕੋਈ ਵੀ ਬੰਦਾ ਰਹਿ ਜਾਂਦਾ, ਇਕੱਲ ਜਿਹੜੀ ਉਹ ਵਾਸ਼ਨਾ ਨੂੰ ਜਨਮ ਦਿੰਦੀ ਹੈ, ਇਕਾਂਤ ਜਿਹੜਾ ਉਹ ਦੈਵੀ ਗੁਣਾਂ ਨੂੰ ਜਨਮ ਦਿੰਦਾ ਹੈ। ਮਹਾਰਾਜ ਜੀ ਨੇ ਉਸ ਤੋਂ ਬਾਅਦ ਆਪਣੇ ਨੇਤਰਾਂ ਦਾ ਤੇਜ ਪ੍ਰਤਾਪ, ਤੇ ਉਸ ਦਿਨ ਮੈਂ ਕਿਹਾ ਸੀ ਕਥਾ ਕਰਦੇ ਆ ਵੀ ਜਦੋਂ 5 ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਆ, 5 ਦੇ ਨੇਤਰ ਜਲ ਉੱਤੇ ਹੁੰਦੇ ਆ, 45 ਉਂਗਲੀਆਂ ਨਾਲ ਉਹਨਾਂ ਬਾਟਾ ਪਕੜਿਆ ਹੁੰਦਾ ਹੈ। 45 ਉਂਗਲੀਆਂ ਜੀ, ਕਿਉਂਕਿ ਇੱਕ ਨਾਲ ਖੰਡਾ ਹੈ, 10 ਨੇਤਰ ਉਹਦੇ ਤੇ ਨੇ, 3.5 ਕਰੋੜ ਰੋਮ ਹੈ ਇੱਕ ਸਰੀਰ ਦਾ। ਉਹ 5 ਵਿੱਚ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਪਾਰਸ ਕਲਾ ਵਰਦੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਹਿ ਕੇ, ਖੱਬੇ ਸੱਜੇ ਨਹੀਂ, ਸਾਹਮਣੇ ਬਹਿ ਕੇ ਜਦੋਂ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ, ਉਦੋਂ ਪਾਣੀ ਨਹੀਂ ਰਹਿੰਦਾ, ਉਦੋਂ ਆਬੇ ਹਯਾਤ ਬਣ ਜਾਂਦਾ ਹੈ। ਕਿਰਪਾ ਕਰਿਓ, ਉਹ ਚੱਲੀ ਹੋਈ ਮਰਿਆਦਾ ਅੱਜ ਤੱਕ ਦੇਸ਼ਾਂ ਵਿੱਚ, ਪਰਦੇਸ਼ਾਂ ਵਿੱਚ, ਮੈਂ ਤਾਂ ਕਿਹਾ ਕਿੰਨੀ ਕਿਰਪਾ ਕੀਤੀ, ਉਹਨੂੰ ਕੇਸਗੜ੍ਹ ਤੱਕ ਵੀ ਸੀਮਤ ਨਹੀਂ ਰਹਿਣ ਦਿੱਤਾ, ਤੇ ਉਹਨੂੰ 5 ਤੱਕ ਵੀ ਸੀਮਤ ਨਹੀਂ ਰਹਿਣ ਦਿੱਤਾ। ਇਹ ਨਹੀਂ ਕਿਹਾ ਸਿਰਫ ਕੇਸਗੜ੍ਹ ਆ ਕੇ ਕੋਈ ਅੰਮ੍ਰਿਤ ਛਕ ਸਕਦਾ ਹੈ, ਇਹ ਸਾਡੀ ਭਾਵਨਾ ਹੈ, ਪਰ ਗੁਰੂ ਸਾਹਿਬ ਨੇ ਕਿਹਾ ਇਹੋ ਜੀ ਮਰਿਆਦਾ ਹੀ ਦੇ ਦਿਆਂਗਾ। ਤੁਸੀਂ ਹੁਣ ਅਮਰੀਕਾ 'ਚ ਬੈਠੇ ਹੋ, ਇੱਥੇ ਅੰਮ੍ਰਿਤ ਸੰਚਾਰ ਹੋਣਾ, ਕਿਸ ਮੁਲਕ 'ਚ ਹੋਇਆ, ਤੇ ਇੱਥੇ ਖੇਡ ਵਾਪਰੀ ਕਿਉਂ? ਮਹਾਰਾਜ ਨੇ ਇਹੀ ਤਾਂ ਬਖਸ਼ਿਸ਼ ਕੀਤੀ, ਜਿੱਥੇ 5 ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਰਹਿਤਵਨ ਹੋਣਗੇ, ਉੱਥੇ ਅੰਮ੍ਰਿਤ ਸੰਚਾਰ ਹੋਵੇ, ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਾ ਬਣਦੀ ਹੈ। ਕਿਰਪਾ ਕਰਿਓ, ਅੰਮ੍ਰਿਤ ਦੀ ਦਾਤ ਲੈ ਕੇ ਸਤਿਗੁਰੂ ਤਰਸ ਕਰ ਆਪਣੇ ਚਰਨਾਂ ਨਾਲ ਜੋੜ ਲੈ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਿਓ। ਕੱਲ ਨੂੰ
अगला जिहड़ा बचन है, जी की बिरथा सो सुने, हर समृद्ध पुरख अपार, अंदर दी बिरथा अंदर दी पीड़ा वही सुनता है जिहड़ा समर्थ है, सब कुछ करन दे योग है। होइयां बेअंत भुल्लां साध संगत बख्श देनियां, आओ करो किरपा। जिवें कल असीस बख्शी सी, अज भी कोई रसना विरवी ना रहे, प्यार अदब सहित उच्चारण करो जी। वाहे गुरु वाहे गुरु, कृपा करो सारे। वाहे गुरु 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 वाहे गुरु। साध संगत बेअंत बेअंत होइयां भुल्लां बख्श दिया जी। वाहिगुरू जी का खालसा, वाहिगुरू